ਗੁੱਡ ਮੋਰਨਿੰਗ ਆਲ ਆਫ ਯੂ। ਅੱਜ ਦੀ ਕਲਾਸ ਵਿੱਚ ਆਪਾਂ ਕਾਫੀ ਇੰਪੋਰਟੈਂਟ ਨਿਊਜ਼ ਕਵਰ ਕਰਨ ਵਾਲੇ ਆ। ਦੈਟ ਇਜ਼ US ਐਂਡ ਇਜ਼ਰਾਈਲ ਨੇ ਜੋ ਸਟ੍ਰਾਈਕ ਕੀਤੀ ਹੈ ਈਰਾਨ ਤੇ, ਇਹਦੇ ਪਿੱਛੇ ਕਾਰਨ ਕੀ ਹੈ, ਥੋੜੀ ਜਿਹੀ ਹਿਸਟਰੀ ਆਪਾਂ ਵੇਖਾਂਗੇ ਤੇ ਈਰਾਨ ਦਾ ਰਿਸਪੌਂਸ ਕੀ ਰਿਹਾ ਉਹਨੂੰ ਆਪਾਂ ਵੇਖਾਂਗੇ ਤੇ ਇਸ ਵੋਰ ਦੇ ਕੀ ਕੰਸੀਕੁਐਂਸਸ ਹੋਣਗੇ ਇੰਡੀਆ ਤੇ ਕੀ ਇੰਪਲੀਕੇਸ਼ਨਸ ਹੋਣਗੇ ਉਹਨੂੰ ਆਪਾਂ ਡਿਸਕਸ ਕਰਾਂਗੇ। ਲਾਸਟ ਦੇ ਵਿੱਚ ਆਪਾਂ ਵੇਖਾਂਗੇ ਕਿ ਵਰਲਡ ਵਾਰ 3 ਦੀ ਸਟਾਰਟਿੰਗ ਹੈਗੀ ਹੈ ਜਾਂ ਨਹੀਂ, ਉਹਨੂੰ ਵੀ ਆਪਾਂ ਸਮਝਣ ਦੀ ਕੋਸ਼ਿਸ਼ ਕਰਾਂਗੇ। ਸੋ ਵੀਡੀਓ ਨੂੰ ਕੰਪਲੀਟ ਵੇਖਿਓ, ਕਾਫੀ ਇੰਪੋਰਟੈਂਟ ਅੱਜ ਦੀ ਵੀਡੀਓ ਹੋਣ ਵਾਲੀ ਹੈ ਤੇ ਐਗਜ਼ਾਮ ਦੇ ਵਿੱਚ ਇੱਕ ਕੁਐਸਚਨ ਜੋ ਡਾਇਰੈਕਟਲੀ ਇੱਥੋਂ ਬਣੂਗਾ। ਸੋ ਸਟਾਰਟ ਕਰਦੇ ਆਪਣੀ ਅੱਜ ਦੀ ਫਸਟ ਨਿਊਜ਼ ਤੋਂ। ਇਟ ਇਜ਼ US ਐਂਡ ਇਜ਼ਰਾਈਲ ਔਨ ਸਟ੍ਰਾਈਕਸ ਅਕਰੋਸ ਈਰਾਨ। ਸੋ 28 ਫੈਬ ਨੂੰ ਜੋ ਹੈ ਆਪਾਂ ਨੂੰ ਇੱਕਦਮ ਨਿਊਜ਼ ਵੇਖਣ ਨੂੰ ਮਿਲਦੀ ਹੈ ਕਿ ਇਜ਼ਰਾਈਲ ਤੇ US ਨੇ ਅਟੈਕ ਕਰਤਾ ਈਰਾਨ ਤੇ। ਠੀਕ ਹੈ ਜੀ, ਦੋਵਾਂ ਨੇ ਅਲੱਗ-ਅਲੱਗ ਆਪਰੇਸ਼ਨ ਨੂੰ ਨਾਮ ਦਿੱਤਾ ਗਾ। ਸਭ ਤੋਂ ਪਹਿਲਾਂ ਆਪਾਂ ਦੇਖ ਲੈਂਦੇ ਆਪਰੇਸ਼ਨ ਐਪਿਕ ਫਿਊਰੀ। ਇਹ ਲਾਂਚ ਕੀਤਾ ਸੀ US ਨੇ ਐਂਡ ਇਹਦੇ ਵਿੱਚ ਜੋ ਈਰਾਨ ਦੀ ਕੀ ਗਵਰਨਮੈਂਟ ਐਂਡ ਮਿਲਟਰੀ ਇਸਟੈਬਲਿਸ਼ਮੈਂਟ ਹੈ ਉਸ ਤੇ ਅਟੈਕ ਕੀਤਾ ਗਿਆ ਸੀਗਾ ਐਂਡ ਉੱਥੋਂ ਦੇ ਜੋ ਸੁਪਰੀਮ ਲੀਡਰ ਸੀਗੇ ਅਯਤੁੱਲਾ ਅਲੀ ਖਾਮੇਨੀ, ਉਹਨਾਂ ਦੇ ਆਫਿਸ ਤੇ ਅਟੈਕ ਹੋਇਆ ਸੀਗਾ ਜਿਹਦੇ ਕਰਕੇ ਉਹਨਾਂ ਦੀ ਇਹਦੇ ਵਿੱਚ ਡੈਥ ਹੋ ਗਈ ਸੀਗੀ। ਠੀਕ ਹੈ ਜੀ, ਐਂਡ ਇਜ਼ਰਾਈਲ ਨੇ ਅੰਡਰ ਦਾ ਡਿਫਰੈਂਟ ਨੇਮ ਰੋਰ ਆਫ ਦਾ ਲਾਈਨ ਆਪਰੇਸ਼ਨ ਲਾਂਚ ਕੀਤਾ ਈਰਾਨ ਤੇ। ਠੀਕ ਹੈ ਜੀ, ਸੋ ਅਲੱਗ-ਅਲੱਗ ਆਪਰੇਸ਼ਨਸ ਲਾਂਚ ਕੀਤੇ ਗਏ ਬਟ ਦੋਵੇਂ ਆਪਰੇਸ਼ਨ ਦੇ ਵਿੱਚ ਸਟ੍ਰਾਈਕਸ ਹੋਈਆਂ ਈਰਾਨ ਤੇ ਅਲੱਗ-ਅਲੱਗ ਥਾਵਾਂ ਤੇ ਜੋ ਵੀ ਮਿਲਟਰੀ ਸਟੈਬਲਿਸ਼ਮੈਂਟ ਸੀਗੇ ਐਂਡ ਉੱਥੇ ਦੇ ਜੋ ਮੇਜਰ ਡਿਪਲੋਮੈਟ ਸੀਗੇ ਉਹਨਾਂ ਨੂੰ ਇੱਥੇ ਮਾਰਿਆ ਗਿਆ ਸੀਗਾ। ਠੀਕ ਹੈ, ਸੋ ਆਪਾਂ ਦੇਖ ਲੈਂਦੇ ਹਾਂ ਕਿ ਇਹ ਕਨਫਲਿਕਟ ਕਿਉਂ ਹੋਇਆ, ਇਹਦੇ ਪਿੱਛੇ ਦੀ ਹਿਸਟਰੀ ਕੀ ਸੀਗੀ ਉਹਨੂੰ ਆਪਾਂ ਸਮਝਣ ਦੀ ਕੋਸ਼ਿਸ਼ ਕਰਦੇ ਹਾਂ। ਸੋ ਅੱਜ ਆਪਾਂ ਹਿਸਟਰੀ ਦੇ ਵਿੱਚ ਜਾਈਏ ਥੋੜ੍ਹਾ ਜਿਹਾ। 2015 ਦੇ ਵਿੱਚ ਈਰਾਨ ਨੇ ਇੱਕ ਡੀਲ ਸਾਈਨ ਕੀਤੀ ਸੀਗੀ P5+1 ਕੰਟਰੀਜ਼ ਦੇ ਨਾਲ। P5+1 ਕੰਟਰੀਜ਼ ਕਿਹੜੀ ਸੀਗੀਆਂ? US, UK, ਫਰਾਂਸ, ਚਾਈਨਾ, ਰਸ਼ੀਆ ਐਂਡ ਜਰਮਨੀ। ਠੀਕ ਹੈ ਜੀ, ਮੇਜਰ ਵਰਲਡ ਪਾਵਰ ਸੀਗੀ। ਉਸ ਟਾਈਮ ਤੇ ਇੱਕ ਡੀਲ ਸਾਈਨ ਹੋਈ ਸੀਗੀ ਐਂਡ ਇਸ ਨੂੰ ਕਿਹਾ ਜਾਂਦਾ ਸੀਗਾ ਜੁਆਇੰਟ ਕੰਪਰੀਹੈਂਸਿਵ ਪਲਾਨ ਆਫ ਐਕਸ਼ਨ। ਐਂਡ ਇਸ ਡੀਲ ਦੇ ਵਿੱਚ ਈਰਾਨ ਨੇ ਐਗਰੀ ਕੀਤਾ ਸੀਗਾ ਕਿ ਉਹਦੀ ਜੋ ਵੀ ਸੈਂਸਿਟਿਵ ਨਿਊਕਲੀਅਰ ਐਕਟੀਵਿਟੀਜ਼ ਹੈ ਉਹਨੂੰ ਉਹ ਬੰਦ ਕਰ ਦਊਗਾ ਬਟ ਇਨ ਰਿਟਰਨ ਜੋ US ਨੇ ਸੈਂਕਸ਼ਨਸ ਲਾਏ ਹੋਏ ਨੇ ਈਰਾਨ ਤੇ ਉਹ ਵਾਪਿਸ ਲੈਣੇ ਪੈਣੇ ਆ। ਸੋ 2015 ਤੋਂ ਪਹਿਲਾਂ ਵੀ ਈਰਾਨ ਜੋ ਹੈ ਇੱਕ ਨਿਊਕਲੀਅਰ ਪਾਵਰ ਬਣਨਾ ਚਾਹੁੰਦਾ ਹੈ, ਅੱਜ ਦੇ ਟਾਈਮ 'ਚ ਵੀ ਈਰਾਨ ਨਿਊਕਲੀਅਰ ਪਾਵਰ ਬਣਨਾ ਚਾਹੁੰਦਾ ਹੈ। ਸੋ ਉਹਦੇ ਲਈ ਈਰਾਨ ਕੀ ਕਰ ਰਿਹਾ ਸੀਗਾ, ਬੇਸਿਕਲੀ ਯੂਰੇਨੀਅਮ ਐਨਰਿਚਮੈਂਟ ਕਰ ਰਿਹਾ ਸੀਗਾ। ਯੂਰੇਨੀਅਮ ਐਨਰਿਚਮੈਂਟ ਹੁੰਦੀ ਹੈ ਕਿ ਇੱਕ ਹੁੰਦਾ ਆਪਣੇ ਕੋਲ ਨੈਚੁਰਲ ਯੂਰੇਨੀਅਮ, ਠੀਕ ਹੈ, ਉਹਦੇ ਤੋਂ ਨਿਊਕਲੀਅਰ ਵੈਪਨ ਨਹੀਂ ਬਣਾਇਆ ਜਾ ਸਕਦਾ, ਉਹਦੀ ਐਨਰਿਚਮੈਂਟ ਕਰਨੀ ਪੈਂਦੀ ਹੈ। ਜਦੋਂ ਯੂਰੇਨੀਅਮ 90% ਐਨਰਿਚ ਹੋ ਜਾਂਦਾ ਹੈ ਉਸ ਟਾਈਮ 'ਤੇ ਉਹਦੇ ਤੋਂ ਨਿਊਕਲੀਅਰ ਵੈਪਨ ਬਣਾਇਆ ਜਾ ਸਕਦਾ ਹੈ। ਠੀਕ ਹੈ ਜੀ, ਸੋ ਉਹਦੀ ਕੋਸ਼ਿਸ਼ ਕਰ ਰਿਹਾ ਸੀਗਾ ਈਰਾਨ ਡੈਟਰੈਂਸ ਲਈ ਤਾਂ ਕਿ ਉਹਦੇ ਕੋਲ ਇੱਕ ਪਾਵਰ ਹੋਵੇ ਜੋ ਮਿਡਲ ਈਸਟ ਵਾਲਾ ਏਰੀਆ ਹੈਗਾ ਤੇ ਉਹ ਬਾਕੀ ਜੋ ਕੰਟਰੀਜ਼ ਆ ਉਸ 'ਤੇ ਅਟੈਕ ਨਾ ਕਰਨ। ਸੋ ਆਪਣੇ ਪੀਸਫੁਲ ਪਰਪਸ ਲਈ ਉਹ ਕਹਿ ਰਿਹਾ ਸੀਗਾ ਕਿ ਅਸੀਂ ਆਪਣੀ ਨਿਊਕਲੀਅਰ ਪਾਵਰ ਡਿਵੈਲਪ ਕਰਨੀ ਹੈ। ਠੀਕ ਹੈ ਜੀ, ਬਟ ਉਹਦੇ ਜੋ ਨੇਬਰਿੰਗ ਕੰਟਰੀਜ਼ ਹੈ ਜਿਵੇਂ ਕਿ ਇਜ਼ਰਾਈਲ ਹੋ ਗਿਆ, ਠੀਕ ਹੈ, ਬਾਕੀ ਜੋ ਕੰਟਰੀਜ਼ ਆਪਾਂ ਵੇਖਦੇ ਹਾਂ ਮਿਡਲ ਈਸਟ ਦੀ, ਉਹ ਇਹ ਚੀਜ਼ਾਂ ਨਹੀਂ ਚਾਹੁੰਦੀ ਸੀ ਕਿ US ਜੋ ਖੁਦ ਇੱਕ ਨਿਊਕਲੀਅਰ ਪਾਵਰ ਹੈ ਉਹ ਇਹ ਚੀਜ਼ ਨਹੀਂ ਸੀ ਚਾਹੁੰਦੇ ਕਿ ਈਰਾਨ ਜੋ ਆਪਣਾ ਖੁਦ ਦਾ ਨਿਊਕਲੀਅਰ ਵੈਪਨ ਬਣਾਵੇ। ਸੋ ਜਦੋਂ ਈਰਾਨ ਨੇ ਨਿਊਕਲੀਅਰ ਐਨਰਿਚਮੈਂਟ ਸਟਾਰਟ ਕੀਤੀ ਉਸ ਟਾਈਮ 'ਤੇ ਅਮਰੀਕਾ ਨੇ ਸੈਂਕਸ਼ਨਸ ਲਾਤੇ ਸੀਗੇ, ਇਕਨੋਮਿਕ ਸੈਂਕਸ਼ਨ ਲਾਤੇ ਸੀ ਈਰਾਨ 'ਤੇ ਜੋ ਕਾਫੀ ਜ਼ਿਆਦਾ ਹਾਰਸ਼ ਸੀਗੇ ਐਂਡ ਇਹ ਸੈਂਕਸ਼ਨਸ ਤੋਂ ਬਾਅਦ ਹੀ 2015 ਦੇ ਵਿੱਚ ਇਹ ਡੀਲ ਸਾਈਨ ਹੋਈ ਸੀਗੀ ਐਂਡ ਸਭ ਕੁਝ ਠੀਕ ਚੱਲ ਰਿਹਾ ਸੀਗਾ। ਦੈਨ ਬਾਅਦ ਦੇ ਵਿੱਚ ਕੀ ਹੁੰਦਾ ਗਾ, ਅੱਛਾ ਇਸ ਡੀਲ ਦੇ ਵਿੱਚ ਇੱਕ ਹੋਰ ਚੀਜ਼ ਨੋਟਿਸ ਕਰਨ ਵਾਲੀ ਹੈ। ਇਸ ਡੀਲ ਦੇ ਵਿੱਚ ਇਹ ਅਨਾਊਂਸ ਕੀਤਾ ਗਿਆ ਸੀਗਾ ਕਿ ਜੋ ਈਰਾਨ ਹੈਗਾ ਉਹ ਜਸਟ 3.67% ਤੱਕ ਹੀ ਯੂਰੇਨੀਅਮ ਨੂੰ ਐਨਰਿਚ ਕਰੂਗਾ ਐਂਡ ਇਹ ਜੋ ਐਨਰਿਚਮੈਂਟ ਹੈਗੀ ਆ ਇਹਦੇ ਤਾਂ ਨਿਊਕਲੀਅਰ ਵੈਪਨ ਤਾਂ ਨਹੀਂ ਬਣ ਸਕਦਾ ਬਟ ਜੋ ਨਿਊਕਲੀਅਰ ਐਨਰਜੀ ਹੈਗੀ ਹੈ ਜਿਹਨੂੰ ਜਦੋਂ ਆਪਾਂ ਇਲੈਕਟ੍ਰਿਸਿਟੀ ਬਣਾ ਸਕਦੇ ਹਾਂ ਉਹਦੇ ਲਈ ਇਹ ਯੂਜ਼ ਹੋ ਸਕਦਾ ਗਾ ਐਂਡ ਆਪਣੇ ਯੂਰੇਨੀਅਮ ਸਟੋਕ ਪਾਈਲ ਨੂੰ 300 kg ਦੇ ਅੰਡਰ ਰੱਖੂਗਾ। ਇਹ ਸਾਰੀ ਚੀਜ਼ਾਂ ਇਸ ਡੀਲ ਦੇ ਵਿੱਚ ਆ ਕੇ ਗਈਆਂ ਸੀਗੀ ਬਟ ਉਸ ਤੋਂ ਬਾਅਦ ਕੀ ਹੁੰਦਾ ਗਾ, ਜਦੋਂ ਟਰੰਪ ਪ੍ਰੈਜ਼ੀਡੈਂਟ ਬਣਦੇ ਆ US ਦੇ ਉਸ ਟਾਈਮ 'ਤੇ ਉਹ ਇਸ ਡੀਲ ਤੋਂ ਬਾਹਰ ਚਲੇ ਜਾਂਦੇ ਆ। ਠੀਕ ਹੈ ਜੀ, ਐਂਡ ਡੀਲ ਤੋਂ ਬਾਹਰ ਜਾਣ ਤੋਂ ਬਾਅਦ ਅਗੇਨ ਈਰਾਨ 'ਤੇ ਇਕਨੋਮਿਕ ਸੈਂਕਸ਼ਨਸ ਲਾਏ ਜਾਂਦੇ ਆ ਐਂਡ ਉਹ ਸੈਂਕਸ਼ਨਸ ਜੋ ਬਾਈਡਨ ਦੀ ਟਰਮ ਦੇ ਦੌਰਾਨ ਵੀ ਜੋ ਹੈ ਕੰਟੀਨਿਊ ਰੱਖਦੇ ਆ। ਉਸ ਤੋਂ ਬਾਅਦ 2025 ਦੇ ਵਿੱਚ ਜਦੋਂ US ਬਾਹਰ ਚਲਿਆ ਗਿਆ ਡੀਲ ਤੋਂ, ਦੈਨ ਈਰਾਨ ਨੇ ਦੁਬਾਰਾ ਨਿਊਕਲੀਅਰ ਪਾਵਰ ਬਣਨ ਲਈ ਯੂਰੇਨੀਅਮ ਦੀ ਐਨਰਿਚਮੈਂਟ ਸਟਾਰਟ ਕਰਤੀ ਐਂਡ 2025 ਦੇ ਵਿੱਚ ਇੱਕ ਆਪਣੀ ਇੰਟਰਨੈਸ਼ਨਲ ਏਜੰਸੀ ਹੈਗੀ ਹੈ ਜਿਹਦਾ ਨਾਮ ਹੈਗਾ ਇੰਟਰਨੈਸ਼ਨਲ ਐਟੋਮਿਕ ਐਨਰਜੀ ਏਜੰਸੀ। ਇਹਨਾਂ ਨੇ ਵਾਰਨ ਕੀਤਾ ਕਿ ਜੋ ਈਰਾਨ ਹੈਗਾ
ਉਹ 400 kg ਆਫ ਯੂਰੇਨੀਅਮ ਨੂੰ ਸਟੋਕ ਪਾਈਲ ਕਰ ਚੁੱਕਿਆ, ਜੋ ਕਿ ਲਿਮਿਟ ਕਿੰਨੀ ਸੀਗੀ 300 kg। ਇੰਨਾ ਉਹ ਸਟੋਕ ਪਾਈਲ ਕਰ ਚੁੱਕਿਆ ਤੇ 60% ਤੱਕ ਯੂਰੇਨੀਅਮ ਨੂੰ ਐਨਰਿਚ ਕਰ ਚੁੱਕਿਆ ਗਾ, ਠੀਕ ਹੈ, ਜੋ ਕਿ ਵੈਰੀ ਕਲੋਜ਼ ਆ 90% ਤੱਕ, ਜਿਹਦੇ ਬਾਅਦ ਜੋ ਹੈ ਨਿਊਕਲੀਅਰ ਵੈਪਨਸ ਬਣਾਇਆ ਜਾ ਸਕਦਾ ਗਾ। ਐਂਡ ਈਰਾਨ ਨੇ ਕੀ ਆਰਗਿਊ ਕੀਤਾ ਇਸ ਟਾਈਮ 'ਤੇ ਕਿ ਉਹ ਜੋ ਨਿਊਕਲੀਅਰ ਟੈਕਨੋਲੋਜੀ ਬਣਾ ਰਿਹਾ ਉਹ ਪੀਸਫੁਲ ਪਰਪਸ ਲਈ ਬਣਾ ਰਿਹਾ ਗਾ, ਕਿਉਂਕਿ ਦੇਖੋ ਜੇ ਤੁਸੀਂ ਵੇਖੋਗੇ US ਹੋ ਗਿਆ ਜਾਂ ਫਿਰ ਜੋ ਆਪਾਂ ਕੰਟਰੀਜ਼ ਹੁਣ ਵੇਖੀਆਂ, ਫਰਾਂਸ ਹੋ ਗਿਆ, ਰਸ਼ੀਆ ਹੋ ਗਿਆ, ਚਾਈਨਾ ਹੋ ਗਿਆ, ਈਵਨ ਇੰਡੀਆ, ਪਾਕਿਸਤਾਨ, ਇਹਨਾਂ ਕੋਲ ਆਪਣੇ ਨਿਊਕਲੀਅਰ ਵੈਪਨਸ ਹੈਗੇ ਆ। ਸੋ ਈਰਾਨ ਦਾ ਕਹਿਣਾ ਸੀਗਾ ਕਿ ਮੈਂ ਇੱਕ ਡੈਟਰੈਂਸ ਦੇ ਤੌਰ 'ਤੇ ਜੋ ਹੈ ਨਿਊਕਲੀਅਰ ਵੈਪਨ ਬਣਾ ਰਿਹਾ ਗਾ, ਨਾ ਕਿ ਕਿਸੇ ਨੂੰ ਥ੍ਰੈਟਨ ਕਰਨ ਲਈ ਬਣਾ ਰਿਹਾ ਗਾ, ਠੀਕ ਹੈ ਜੀ। ਸੋ ਜਦੋਂ ਇਹ ਸਾਰੀ ਚੀਜ਼ਾਂ ਹੋਈਆਂ ਉਸ ਤੋਂ ਬਾਅਦ ਟੋਕਸ ਸ਼ੁਰੂ ਹੋਈਆਂ 2025 ਤੋਂ ਬਾਅਦ। ਈਰਾਨ ਤੇ US ਦੇ ਵਿੱਚ ਕਾਫੀ ਟੋਕਸ ਦੇ ਰਾਊਂਡਸ ਹੋਏ ਸੀਗੇ ਐਂਡ ਉਹਦੇ ਵਿੱਚ ਇਜ਼ਰਾਈਲ ਵੀ ਸ਼ਾਮਿਲ ਸੀਗਾ। ਐਂਡ ਉਨ ਟੋਕਸ ਦੇ ਵਿੱਚ ਜੋ ਕੰਡੀਸ਼ਨ ਰੱਖੀ ਗਈ ਹੈ ਈਰਾਨ 'ਤੇ, ਉਹ ਇਹ ਕੰਡੀਸ਼ਨ ਸੀਗੀ ਕਿ ਤੁਸੀਂ ਨਿਊਕਲੀਅਰ ਵੈਪਨ ਨਹੀਂ ਬਣਾਓਗੇ, ਠੀਕ ਹੈ। ਸੈਕਿੰਡ ਕੰਡੀਸ਼ਨ ਜੋ ਇਜ਼ਰਾਈਲ ਨੇ ਈਰਾਨ 'ਤੇ ਰੱਖੀ ਸੀਗੀ ਉਹ ਇਹ ਰੱਖੀ ਸੀਗੀ ਕਿ ਜੋ ਈਰਾਨ ਦੀ ਬਲਿਸਟਿਕ ਮਿਸਾਈਲਸ ਹੈ ਉਹਨਾਂ ਦੀ ਰੇਂਜ ਨੂੰ ਘਟਾਇਆ ਜਾਵੇ, ਤਾਂ ਕਿ ਉਹਨਾਂ ਦੀ ਬਲਿਸਟਿਕ ਮਿਸਾਈਲਸ ਜਿਹੜੀਆਂ ਉਹ ਇਜ਼ਰਾਈਲ ਤੱਕ ਨਾ ਪਹੁੰਚ ਪਾਉਣ, ਠੀਕ ਹੈ, ਇੰਨਾ ਏਰੀਆ ਕਵਰ ਨਾ ਕਰ ਪਾਉਣ। ਸੋ ਇਹਨਾਂ ਦੀ ਰੇਂਜ ਨੂੰ ਘਟਾਉਣ ਦੀ ਜੋ ਡਿਮਾਂਡ ਰੱਖੀ ਸੀ ਕਿ ਜੋ ਕਿ ਈਰਾਨ ਨੇ ਨਹੀਂ ਮੰਨੀ ਸੀਗੀ, ਠੀਕ ਹੈ ਜੀ। ਸੋ ਇਹ ਸਾਰੀ ਜੋ ਹੈ ਹਿਸਟਰੀ ਦੇ ਵਿੱਚ ਸਾਰੀ ਚੀਜ਼ਾਂ ਚੱਲ ਰਹੀ ਸੀਗੀ। ਐਂਡ ਇਹ ਜੋ ਟੋਕਸ ਹੋਏ, ਦੇਖੋ ਈਰਾਨ ਹਮੇਸ਼ਾ ਰੈਡੀ ਸੀਗਾ ਟੋਕਸ ਲਈ, ਬਟ ਜੋ US ਦੀ ਡਿਮਾਂਡ ਸੀਗੀ, ਜੋ ਇਜ਼ਰਾਈਲ ਦੀ ਡਿਮਾਂਡ ਸੀ ਈਰਾਨ ਤੋਂ, ਉਹ ਈਰਾਨ ਨੇ ਕਦੇ ਨਹੀਂ ਮੰਨੇਗੀ। ਐਂਡ ਇਸੇ ਦਾ ਰੀਜ਼ਨ ਹੈ ਕਿ ਆਪਾਂ ਨੂੰ 28 ਫੈਬ ਨੂੰ ਜੋ ਹੈ ਸਟ੍ਰਾਈਕਸ ਵੇਖਣ ਨੂੰ ਮਿਲੀਆਂ ਸੀਗੀਆਂ, ਠੀਕ ਹੈ ਜੀ। ਸੋ ਹੁਣ ਆਪਾਂ ਦੇਖ ਲੈਂਦੇ ਕਿ ਇਹਦੇ ਕੰਸੀਕੁਐਂਸਿਸ ਕੀ ਹੋਣਗੇ। ਕੰਸੀਕੁਐਂਸਿਸ, ਮੇਜਰ ਕੰਸੀਕੁਐਂਸ ਤਾਂ ਇਹੀ ਹੁੰਦਾ ਹੈ ਕਿ ਜੋ ਹਿਊਮਨ ਲਾਈਫ ਲੋਸਟ ਹੁੰਦੀ ਹੈ, ਠੀਕ ਹੈ। ਆਪਾਂ ਨਿਊਜ਼ ਦੇ ਵਿੱਚ ਵੇਖੇ ਸੀਗੀ ਕਿ ਕਿਵੇਂ ਈਰਾਨ ਦੇ ਪ੍ਰਾਇਮਰੀ ਸਕੂਲ 'ਤੇ ਜੋ ਗਰਲ ਸਕੂਲ ਸੀਗਾ ਉਸ 'ਤੇ ਅਟੈਕ ਹੋਇਆ ਸੀਗਾ ਐਂਡ ਕਾਫੀ ਉੱਥੇ ਬੱਚਿਆਂ ਦੀ ਡੈਥ ਹੋ ਗਈ ਸੀਗੀ, ਠੀਕ ਹੈ। ਤਾਂ ਹਿਊਮਨ ਕੋਸਟ ਇਜ਼ ਵਨ ਰੀਜ਼ਨ ਜੋ ਕੰਸੀਕੁਐਂਸਿਸ ਹੁੰਦਾ ਹੈ। ਸੈਕਿੰਡ ਕੰਸੀਕੁਐਂਸਿਸ ਹੁੰਦੇ ਜੀ ਇਕਨੋਮਿਕ ਜੋ ਕੰਸੀਕੁਐਂਸਿਸ ਹੈ ਬਹੁਤ ਜ਼ਿਆਦਾ ਹਾਰਸ਼ ਇਸ ਵਾਰ ਦੇ ਆਪਾਂ ਨੂੰ ਵੇਖਣ ਨੂੰ ਮਿਲ ਸਕਦੇ ਆ, ਕਿਉਂਕਿ ਈਰਾਨ ਦੀ ਜੋ ਆਪਾਂ ਲੋਕੇਸ਼ਨ ਵੇਖੀਏ, ਇੱਥੇ ਤੁਸੀਂ ਈਰਾਨ ਨੂੰ ਵੇਖੋਗੇ ਤਾਂ ਈਰਾਨ ਜੋ ਹੈ ਉਹ ਸਟ੍ਰੇਟ ਆਫ ਹੋਰਮੂਜ਼ ਨੂੰ ਕੰਟਰੋਲ ਕਰਦਾ ਗਾ। ਐਂਡ ਇਹ ਉਹੀ ਸਟ੍ਰੇਟ ਆਫ ਹੋਰਮੂਜ਼ ਹੈ ਜਿਸ ਤੋਂ 40% ਅਰਾਊਂਡ 40% ਓਇਲ ਦੀ ਸ਼ਿਪਮੈਂਟ ਹੁੰਦੀ ਹੈ। ਸੋ ਈਰਾਨ ਨੇ ਧਮਕੀ ਵੀ ਦਿੱਤੀ ਹੈ ਐਂਡ ਐਕਚੁਅਲ 'ਚ ਕਲੋਜ਼ ਕਰ ਵੀ ਦਿੱਤੀ ਹੈ ਸਟ੍ਰੇਟ ਆਫ ਹੋਰਮੂਜ਼, ਜਿਹਦੇ ਕਰਕੇ ਜੋ ਟਰਾਂਸਪੋਰਟੇਸ਼ਨ ਹੈ ਓਇਲ ਦੀ, ਕਰੂਡ ਓਇਲ ਦੀ, ਉਹ ਡਿਸਟਰਬਟ ਹੋ ਗਈ ਹੈ। ਐਂਡ ਇਹਦੇ ਕਰਕੇ ਜੋ ਇੱਕ ਲੌਂਗ ਰੂਟ ਤੋਂ ਜੋ ਹੈ ਓਇਲ ਟਰਾਂਸਪੋਰਟ ਹੋਊਗਾ, ਜਿਹਦੇ ਕਰਕੇ ਜੋ ਕਰੂਡ ਓਇਲ ਦੇ ਪ੍ਰਾਈਸਿਸ ਆ ਉਹ ਵਧਣਗੇ। ਐਂਡ ਜੇ ਕਰੂਡ ਓਇਲ ਦੇ ਪ੍ਰਾਈਸਿਸ ਵਧੇ ਇੰਡੀਆ ਲਈ ਵੀ, ਤਾਂ ਉਹਦੇ ਕਾਰਨ ਕੀ ਹੋਊਗਾ ਕਿ ਮਹਿੰਗਾਈ ਵਧੂਗੀ। ਓਇਲ ਦੇ ਪ੍ਰਾਈਸ ਵਧੇ ਤਾਂ ਮਹਿੰਗਾਈ ਵਧੂਗੀ। ਸੋ ਇੱਕ ਇਕਨੋਮਿਕ ਇੰਪੈਕਟ ਜੋ ਹੈ ਇਹਦਾ ਵੋਰ ਦਾ ਇਹ ਹੋਣ ਵਾਲਾ ਹੈ। ਤੀਜਾ ਇਕਨੋਮਿਕ ਇੰਪੈਕਟ ਜੋ ਇੰਡੀਆ ਲਈ ਸਪੈਸੀਫਿਕਲੀ ਆਪਾਂ ਕਹਿ ਸਕਦੇ ਹਾਂ ਕਿ ਇੱਕ ਤਾਂ ਜਿਵੇਂ ਸਟੋਕ ਮਾਰਕੀਟ ਆਪਣੀ ਹੈਗੀ ਹੈ, ਸਟੋਕ ਮਾਰਕੀਟ ਜੋ ਗਿਰੀ ਜਾ ਰਹੀ ਹੈ ਲਗਾਤਾਰ। ਸੈਕਿੰਡ ਇਹਦਾ ਇਕਨੋਮਿਕ ਇੰਪੈਕਟ ਇਹ ਹੋਊਗਾ ਕਿ ਜੋ ਮਹਿੰਗਾਈ ਦੀ ਆਪਾਂ ਗੱਲ ਕੀਤੀ ਆ, ਜੇ ਕਿਉਂਕਿ ਆਪਣਾ ਜੋ ਇੰਡੀਆ ਹੈਗਾ, ਇੰਡੀਆ ਜੋ ਹੈ 88% ਕਰੂਡ ਓਇਲ ਨੂੰ ਇੰਪੋਰਟ ਕਰਦਾ ਹੈ। ਐਂਡ ਇਸ 88% ਦੇ ਵਿੱਚੋਂ 40% ਜੋ ਕਰੂਡ ਓਇਲ ਇੰਪੋਰਟ ਹੁੰਦਾ ਗਾ ਉਹ ਇਸੇ ਰੂਟ ਤੋਂ ਹੁੰਦਾ, ਸਟ੍ਰੇਟ ਆਫ ਹੋਰਮੂਜ਼ ਤੋਂ ਹੁੰਦਾ। ਹੁਣ ਇਹ ਸਟ੍ਰੇਟ ਆਫ ਹੋਰਮੂਜ਼ ਕਲੋਜ਼ ਹੋ ਗਈ ਹੈ, ਜਿਹਦੇ ਕਰਕੇ ਕੀ ਹੋਊਗਾ, ਪੈਟਰੋਲ ਦਾ ਪ੍ਰਾਈਸ ਵਧੂਗਾ। ਹੁਣ ਇਹ ਕਿਹਾ ਜਾਂਦਾ ਕਿ ਜੇ ਪੈਟਰੋਲ ਦਾ $1 ਪ੍ਰਾਈਸ ਵੱਧਦਾ ਹੈ ਤਾਂ ਇਹਦੇ ਕਰਕੇ ਇੰਡੀਆ ਦਾ ਜੋ ਇੰਪੋਰਟ ਬਿੱਲ ਹੈ ਉਹ $2 ਬਿਲੀਅਨ ਵੱਧ ਜੂਗਾ। ਐਂਡ ਇਹ ਬਹੁਤ ਹਿਊਜ ਹੈ, ਜਿਹਦਾ ਇੰਪੈਕਟ ਆਪਾਂ ਨੂੰ ਲੌਂਗ ਟਰਮ ਦੇ ਵਿੱਚ ਵੇਖਣ ਨੂੰ ਮਿਲ ਸਕਦਾ ਗਾ, ਠੀਕ ਹੈ ਜੀ। ਉਸ ਤੋਂ ਬਾਅਦ ਹੁਣ ਆਪਾਂ ਦੇਖ ਲੈਂਦੇ ਹਾਂ ਕਿ ਇਹ ਵਰਲਡ ਵਾਰ 3 ਦੀ ਕੀ ਸਟਾਰਟਿੰਗ ਹੈਗੀ ਹੈ। ਸੋ ਇਨ ਮਾਈ ਓਪੀਨੀਅਨ ਮੈਂ ਇਹ ਨਹੀਂ ਕਹਾਂਗੀ ਕਿ ਵਰਲਡ ਵਾਰ 3 ਦੀ ਸਟਾਰਟਿੰਗ ਹੈਗੀ ਹੈ, ਬਿਕੋਜ਼ ਕੋਈ ਡਾਇਰੈਕਟ ਵੋਰ ਇਹਦੇ ਵਿੱਚ ਨਹੀਂ ਹੋ ਰਹੀ, ਕੋਈ ਆਰਮੀ ਇਨਵੋਲਵ ਨਹੀਂ ਹੋ ਰਹੀ। ਇਹਦੇ ਵਿੱਚ ਜੋ ਸਟ੍ਰਾਈਕਸ ਹੋ ਰਹੀਆਂ, ਈਰਾਨ ਜੋ ਸਟ੍ਰਾਈਕਸ ਕਰ ਰਿਹਾ ਮਿਡਲ ਈਸਟ ਕੰਟਰੀਜ਼ 'ਤੇ, ਜਿਵੇਂ ਤੁਸੀਂ ਸਾਊਦੀ ਅਰੇਬੀਆ ਦਾ ਵੇਖੋਗੇ ਉੱਥੇ ਰਿਫਾਈਨਰੀ 'ਤੇ ਅਟੈਕ ਹੋਇਆ, ਜਾਂ ਫਿਰ ਸਾਊਦੀ ਅਰੇਬੀਆ ਨੇ ਜੋ ਕਤਰ 'ਤੇ ਅਟੈਕ ਕੀਤਾ, ਜੋ ਬਹਿਰੇਨ 'ਤੇ ਅਟੈਕ ਕੀਤਾ ਗਾ, ਉਹ ਉੱਥੇ ਜੋ US ਦੀ ਐਮਬੈਸੀ ਸੀਗੀ ਉੱਥੇ ਅਟੈਕ ਕੀਤਾ ਗਿਆ। ਸੋ ਜੋ ਵੀ ਮਿਲਟਰੀ ਇਸਟੈਬਲਿਸ਼ਮੈਂਟ ਹੈਗੀ ਆ ਜਾਂ ਫਿਰ ਕੋਈ ਕੀ ਇਸਟੈਬਲਿਸ਼ਮੈਂਟ ਹੈਗੀ ਆ, ਉੱਥੇ ਅਟੈਕ ਹੋ ਰਿਹਾ ਹੈਗਾ ਰਾਦਰ ਦੈਨ ਕਿ ਡਾਇਰੈਕਟ ਸਿਵੀਲੀਅਨਸ 'ਤੇ ਅਟੈਕ ਹੋ ਰਿਹਾ ਹੈਗਾ। ਸੋ ਇਹਨੂੰ ਆਪਾਂ ਵਰਲਡ ਵਾਰ 3 ਦੀ ਸਟਾਰਟਿੰਗ ਹਜੇ ਨਹੀਂ ਕਹਿ ਸਕਦੇ, ਠੀਕ ਹੈ ਜੀ। ਸੋ ਇਹ ਆਪਣਾ ਸਾਰਾ ਬੈਕਗਰਾਊਂਡ ਸੀਗਾ ਕਿ ਵੋਰ ਕਿਉਂ ਹੋਈ ਅਤੇ ਆਪਾਂ ਸਮਝ ਲਏ ਕਿ ਇਹਦੇ ਇੰਪਲੀਕੇਸ਼ਨਸ ਕੀ ਹੋਣਗੇ, ਠੀਕ ਹੈ ਜੀ। ਸੋ ਆਪਣੀ ਅੱਜ ਦੀ ਸੈਕਿੰਡ ਨਿਊਜ਼ 'ਤੇ ਆਪਾਂ ਚੱਲਦੇ ਹਾਂ। ਇਸ ਤੋਂ ਪਹਿਲਾਂ ਆਪਾਂ ਵੇਖ ਲੈਂਦੇ ਹਾਂ ਕਿ ਆਪਣਾ ਕੋਰਸ ਚੱਲ ਰਿਹਾ ਹੈਗਾ ਜੀ, ਇੱਕ ਕੰਪਰੀਹੈਂਸਿਵ ਕੋਰਸ ਹੈਗਾ ਐਕਸਾਈਜ਼ ਇੰਸਪੈਕਟਰ
ਕਲਰਕ, ਕਨਸਟੇਬਲ, SI ਪੋਸਟ ਲਈ, ਠੀਕ ਹੈ ਜੀ। ਸਾਰੇ ਪੈਕੇਜ ਤੁਹਾਨੂੰ ਇੱਕ ਕੋਰਸ ਦੇ ਵਿੱਚ ਮਿਲ ਜਾਣਗੇ। ਐਂਡ ਕਰੰਟਲੀ ਆਪਣਾ ਡਿਸਕਾਊਂਟ ਚੱਲ ਰਿਹਾ, ਜਿਹਨੂੰ ਆਪਾਂ ਐਕਸਟੈਂਡ ਕੀਤਾ ਗਾ 8 ਮਾਰਚ ਤੱਕ। 50% ਡਿਸਕਾਊਂਟ ਹੈ। ਟੋਟਲ ਫੀਸ 5000 ਹੈਗੀ ਆ, ਬਟ 50% ਡਿਸਕਾਊਂਟ ਤੋਂ ਬਾਅਦ ਇਹਦੀ ਕੋਸਟ ਤੁਹਾਨੂੰ 2500 ਰੁਪੀਜ਼ ਪਊਗੀ। ਐਂਡ ਇਹਦੇ ਵਿੱਚ ਤੁਹਾਨੂੰ ਕੰਪਲੀਟ ਸਿਲੇਬਸ ਪਲੱਸ ਟੈਸਟ ਸੀਰੀਜ਼ ਸਭ ਕੁਝ ਮਿਲੂਗਾ। ਸੋ ਐਨਰੋਲ ਕਰ ਲਿਓ ਬਿਫੋਰ 8 ਮਾਰਚ, ਕਿਉਂਕਿ 8 ਮਾਰਚ ਨੂੰ ਆਫਰ ਜਿਹੜਾ ਹੈ ਉਹ ਖਤਮ ਹੋ ਜਾਊਗਾ। ਸੋ ਮੂਵ ਕਰਦੀ ਆਪਣੀ ਅੱਜ ਦੀ ਸੈਕਿੰਡ ਨਿਊਜ਼ ਤੇ। ਇਟ ਇਜ਼ ਰਿਲੇਟਡ ਟੂ ਇੰਪੋਰਟੈਂਟ ਡੇਜ਼। ਸੋ 3 ਮਾਰਚ ਨੂੰ ਵਰਲਡ ਵਾਈਲਡ ਲਾਈਫ ਡੇ ਜੋ ਆਪਾਂ ਸੈਲੀਬ੍ਰੇਟ ਕਰਦੇ ਹਾਂ। ਐਂਡ ਇਸ ਵਾਰ ਦੀ ਜੋ ਥੀਮ ਸੀਗੀ, ਥੀਮ ਇੰਪੋਰਟੈਂਟ ਹੁੰਦੀ ਆ ਮੈਡੀਸਨਲ ਐਂਡ ਐਰੋਮੈਟਿਕ ਪਲਾਂਟਸ ਕੰਜ਼ਰਵਿੰਗ ਹੈਲਥ ਹੈਰੀਟੇਜ ਐਂਡ ਲਾਈਵਲੀਹੁਡਸ, ਠੀਕ ਹੈ ਜੀ। ਐਂਡ 3 ਮਾਰਚ ਨੂੰ ਵਰਲਡ ਹੀਅਰਿੰਗ ਡੇ ਵੀ ਜੋ ਹੈ ਉਹ ਸੈਲੀਬ੍ਰੇਟ ਕੀਤਾ ਜਾਂਦਾ ਗਾ। ਨੈਕਸਟ ਨਿਊਜ਼ ਇਜ਼ ਰਿਲੇਟਡ ਟੂ ਪਰਸਨੈਲਿਟੀ। ਰਿਨਾਊਂਡ ਉਰਦੂ ਰਾਈਟਰ ਜਿਲਾਨੀ ਬਾਨੋ ਨਾਮ ਇੰਪੋਰਟੈਂਟ ਹੈਗਾ। ਇਹਨਾਂ ਦੀ ਰੀਸੈਂਟਲੀ ਡੈਥ ਹੋਈ ਹੈ। ਐਂਡ ਇੰਪੋਰਟੈਂਟ ਕਿਉਂ ਹੈਗੀ ਆਪਣੇ ਲਈ? ਬਿਕੋਜ਼ ਇਹਨਾਂ ਨੂੰ ਪਦਮ ਸ਼੍ਰੀ ਅਵਾਰਡ ਕੀਤਾ ਗਿਆ ਸੀਗਾ 2001 ਦੇ ਵਿੱਚ। ਨੈਕਸਟ ਕਾਫੀ ਇੰਪੋਰਟੈਂਟ ਨਿਊਜ਼ ਰਿਲੇਟਡ ਟੂ ਅਵਾਰਡਸ ਹੈਗੀ। ਅਵਾਰਡਸ ਤੋਂ ਜੋ ਹੈ ਕੋਈ ਨਾ ਕੋਈ ਕੁਐਸਚਨ ਆ ਜਾਂਦਾ ਹੈ ਐਗਜ਼ਾਮ ਦੇ ਵਿੱਚ। ਸੋ ਐਕਟਰਸ ਅਵਾਰਡ 2026 ਅਨਾਊਂਸ ਕੀਤੇ ਗਏ ਨੇ। ਇਹਨਾਂ ਨੂੰ ਪਹਿਲਾਂ ਸਕਰੀਨ ਐਕਟਰਸ ਗਿਲਡ ਅਵਾਰਡ ਦੇ ਨਾਮ ਤੋਂ ਜਾਣਾ ਜਾਂਦਾ ਸੀਗਾ। ਰੀਸੈਂਟਲੀ ਲਾਸ ਐਂਜਲਸ ਦੇ ਵਿੱਚ ਕਨਕਲੂਡ ਹੋਏ ਨੇ। ਸੋ ਇਹਦੇ ਵਿੱਚ ਕੁਝ ਕੈਟਾਗਰੀਜ਼ ਜੋ ਆਪਣੇ ਲਈ ਇੰਪੋਰਟੈਂਟ ਉਹ ਆਪਾਂ ਵੇਖ ਲੈਂਦੇ ਹਾਂ। ਫਸਟ ਆਫ ਆਲ, ਆਊਟਸਟੈਂਡਿੰਗ ਪਰਫਾਰਮੈਂਸ ਬਾਈ ਮੇਲ ਐਕਟਰ ਇਨ ਅ ਲੀਡਿੰਗ ਰੋਲ ਮਿਲਿਆਗਾ ਮਾਈਕਲ ਬੀ ਜੋਰਡਨ ਨੂੰ। ਕਿਹੜੀ ਮੂਵੀ ਲਈ? ਸਿਨਰਸ ਮੂਵੀ ਲਈ। ਸੈਕਿੰਡ ਕੈਟਾਗਰੀ ਆਊਟਸਟੈਂਡਿੰਗ ਪਰਫਾਰਮੈਂਸ ਬਾਈ ਫੀਮੇਲ ਐਕਟਰ ਇਨ ਅ ਲੀਡਿੰਗ ਰੋਲ, ਜੈਸੇ ਬਕਲੇ ਨੂੰ ਇਹ ਅਵਾਰਡ ਦਿੱਤਾ ਗਿਆ ਹੈਮਨੇਟ ਮੂਵੀ ਲਈ। ਐਂਡ ਕੈਥਰੀਨ ਓਹਾਰਾ, ਇਹਨਾਂ ਦੀ ਰੀਸੈਂਟਲੀ ਡੈਥ ਵੀ ਹੋਈ ਸੀਗੀ, ਸੋ ਇੰਪੋਰਟੈਂਟ ਹੈ। ਵਿਨ ਪੋਸਥੂਮਸ ਬੈਸਟ ਐਕਟਰੈਸ ਅਵਾਰਡ ਫॉर ਬੈਸਟ ਫੀਮੇਲ ਐਕਟਰ ਇਨ ਕਾਮੇਡੀ ਸੀਰੀਜ਼ ਫॉर ਹਰ ਰੋਲ ਇਨ ਦਾ ਸਟੂਡੀਓ। ਸੋ ਦਾ ਸਟੂਡੀਓ ਨੂੰ ਪਹਿਲਾਂ ਵੀ ਅਵਾਰਡਸ ਮਿਲੇ, ਬਾਫਤਾ ਅਵਾਰਡਸ ਦੇ ਵਿੱਚ ਵੀ ਆਪਾਂ ਜ਼ਿਕਰ ਕੀਤਾ ਸੀਗਾ। ਕਾਫੀ ਇੰਪੋਰਟੈਂਟ ਹੈ ਦਾ ਸਟੂਡੀਓ, ਤੇ ਕੁਐਸਚਨ ਬਣ ਸਕਦਾ ਕਿਉਂਕਿ ਕਾਫੀ ਅਵਾਰਡਸ ਜੋ ਇਸ ਫਿਲਮ ਨੇ ਜਿੱਤੇ ਨੇ। ਸੋ ਇਹ ਆਪਣੇ ਐਕਟਰਸ ਅਵਾਰਡ ਸੀਗੇ। ਨੈਕਸਟ ਨਿਊਜ਼ ਵਨ ਲਾਈਨਰ ਨਿਊਜ਼ ਹੈਗੀ ਆ। ਵਾਰਾਣਸੀ enters the Guinness World Record beating China with 2.51 lakh saplings planted in an hour। ਸੋ ਵਾਰਾਣਸੀ ਦੇ ਵਿੱਚ ਇੱਕ ਦਿਨ ਦੇ ਵਿੱਚ 2.5 ਲੱਖ ਪਲਾਂਟਸ ਨੂੰ ਸੈਪਲਿੰਗਸ ਨੂੰ ਪਲਾਂਟ ਕੀਤਾ ਗਿਆ ਸੀਗਾ। ਐਂਡ ਇੱਕ ਗਿਨੀਜ਼ ਵਰਲਡ ਰਿਕਾਰਡ ਦੇ ਵਿੱਚ ਸ਼ਾਮਿਲ ਹੋ ਗਿਆ। ਪਹਿਲਾ ਇਹ ਰਿਕਾਰਡ ਜੋ ਚਾਈਨਾ ਦੇ ਨਾਮ ਹੁੰਦਾ ਸੀਗਾ। ਨੈਕਸਟ ਇਜ਼ ਗਿਚਕ ਨਕਾਨਾ, ਸਾਇੰਸ ਰਿਲੇਟਡ ਨਿਊਜ਼ ਹੈਗੀ ਆ। ਗਿਚਕ ਨਕਾਨਾ ਇੱਕ ਫਿਸ਼ ਸਪੀਸੀ ਹੈਗੀ ਆ, ਜਿਹਨੂੰ ਅਸਾਮ ਦੇ ਵਿੱਚ ਰੀਸੈਂਟਲੀ ਡਿਸਕਵਰ ਕੀਤਾ ਗਿਆ। ਐਂਡ ਤੁਸੀਂ ਵੇਖ ਸਕਦੇ ਹੋ ਕਿਸ ਟਾਈਪ ਦੇ ਇਹ ਦਿਖਦੀ ਹੈ। ਡਾਇਰੈਕਟ ਕੁਐਸਚਨ ਐਗਜ਼ਾਮ ਦੇ ਵਿੱਚ ਇੱਦਾਂ ਬਣ ਸਕਦਾ ਕਿ ਗਿਚਕ ਨਿਕਾਨਾ ਵਿੱਚ ਇਜ਼ ਅ ਰੀਸੈਂਟਲੀ ਸੀਨ ਇਨ ਨਿਊਜ਼, ਇਹ ਕੀ ਹੈਗੀ ਆ? ਸੋ ਇੱਕ ਫਿਸ਼ ਸਪੀਸੀ ਹੈਗੀ ਹੈ ਐਂਡ ਇਹ ਬਲਾਈਂਡ ਫਿਸ਼ ਹੁੰਦੀ ਹੈ, ਰਾਈਟ। ਨੈਕਸਟ ਨਿਊਜ਼ ਇਜ਼ ਅਗੇਨ ਰਿਲੇਟਡ ਟੂ ਇੰਪੋਰਟੈਂਟ ਡੇਜ਼ ਹੈਗੇ। 1 ਮਾਰਚ ਨੂੰ ਜ਼ੀਰੋ ਡਿਸਕ੍ਰਿਮੀਨੇਸ਼ਨ ਡੇ ਐਂਡ ਵਰਲਡ ਸਿਵਲ ਡਿਫੈਂਸ ਡੇ ਆਪਾਂ ਸੈਲੀਬ੍ਰੇਟ ਕਰਦੇ ਹਾਂ। ਸੋ ਕਿਸੇ ਵੀ ਇਨਸਾਨ ਨਾਲ ਉਹਨਾਂ ਦੇ ਰਿਲੀਜਨ ਕਰਕੇ, ਕਾਸਟ ਕਰਕੇ, ਉਹਨਾਂ ਦਾ ਜੈਂਡਰ ਕਰਕੇ ਕੋਈ ਡਿਸਕ੍ਰਿਮੀਨੇਸ਼ਨ ਨਾ ਹੋਵੇ, ਉਸ ਚੀਜ਼ ਲਈ ਅਵੇਅਰਨੈਸ ਲਈ ਆਪਾਂ 1 ਮਾਰਚ ਨੂੰ ਜ਼ੀਰੋ ਡਿਸਕ੍ਰਿਮੀਨੇਸ਼ਨ ਡੇ ਮਨਾਉਂਦੇ। ਐਂਡ ਇਸੇ ਦਿਨ ਨੂੰ ਆਪਾਂ ਵਰਲਡ ਸਿਵਲ ਡਿਫੈਂਸ ਡੇ ਵੀ ਮਨਾਉਂਦੇ। ਸਿਵਲ ਡਿਫੈਂਸ ਕੀ ਹੁੰਦਾ ਹੈ ਕਿ ਸਪੋਜ਼ ਕਰੋ ਅੱਜ ਕੋਈ ਕੰਟਰੀ ਆਪਣੇ 'ਤੇ ਵੋਰ ਕਰ ਦੇਵੇ, ਠੀਕ ਹੈ, ਵੋਰ ਡਿਕਲੇਅਰ ਕਰ ਦੇਵੇ। ਐਂਡ ਉਸ ਟਾਈਮ 'ਤੇ ਜੋ ਸਿਵੀਲੀਅਨਸ, ਇੱਕ ਆਪਾਂ ਫੰਡਾਮੈਂਟਲ ਡਿਊਟੀ ਵੀ ਪੜ੍ਹਦੇ ਹਾਂ, ਆਪਣੀ ਡਿਊਟੀ ਹੈਗੀ ਹੈ ਕਿ ਆਪਾਂ ਆਪਣੀ ਕੰਟਰੀ ਨੂੰ ਪ੍ਰੋਟੈਕਟ ਕਰੀਏ, ਠੀਕ ਹੈ। ਆਪਾਂ ਆਰਮੀ ਦੇ ਵਿੱਚ ਨਹੀਂ ਹੈਗੇ, ਬਟ ਆਪਾਂ ਸਿਵੀਲੀਅਨਸ ਹੈਗੇ। ਤਾਂ ਸਿਵੀਲੀਅਨਸ ਜਦੋਂ ਡਿਫੈਂਸ ਲਈ ਜਾਂਦੇ ਆ ਉਹਨੂੰ ਆਪਾਂ ਸਿਵਲ ਡਿਫੈਂਸ ਕਹਿ ਦਿੰਦੇ ਆ, ਠੀਕ ਹੈ ਜੀ। ਨੈਕਸਟ ਨਿਊਜ਼ ਇਜ਼ ਵਾਂਖੇੜੇ ਸਟੇਡੀਅਮ ਜੋ ਹੈਗਾ ਮਹਾਰਾਸ਼ਟਰ ਦਾ, ਉਹਦੇ ਵਿੱਚ ਇੱਕ ਸਟੈਂਡ ਦਾ ਨੇਮ ਜੋ ਹੈ ਚੇਂਜ ਕਰਕੇ ਰਵੀ ਸ਼ਾਸਤਰੀ ਕੀਤਾ ਗਿਆ, ਠੀਕ ਹੈ, ਯਾਦ ਰੱਖ ਲਿਓ। ਨੈਕਸਟ ਨਿਊਜ਼ ਇਜ਼ ਰਿਲੇਟਡ ਟੂ ਸਟੇਟ। ਸੋ ਰਾਜਸਥਾਨ ਗੌਰਮੈਂਟ ਅਨਾਊਂਸਿਸ ਰੀਨੇਮਿੰਗ ਆਫ 3 ਸਿਟੀਜ਼। ਰਾਜਸਥਾਨ ਗੌਰਮੈਂਟ ਨੇ 3 ਸਿਟੀਜ਼ ਦਾ ਨਾਮ ਚੇਂਜ ਕੀਤਾ ਗਾ, ਇੰਪੋਰਟੈਂਟ ਹੈ। ਸੋ ਮਾਊਂਟ ਅਬੂ ਨੂੰ ਹੁਣ ਅਬੂ ਰਾਜ ਕਿਹਾ ਜਾਊਗਾ, ਕਾਮਾ ਨੂੰ ਕਾਮਵਾਨ ਐਂਡ ਜਹਾਜਪੁਰ ਨੂੰ ਯੱਗਿਆਪੁਰ ਦੇ ਨਾਮ ਤੋਂ ਜਾਣਾ ਜਾਊਗਾ। ਨੈਕਸਟ ਨਿਊਜ਼ ਇਜ਼ ਰਿਲੇਟਡ ਟੂ ਰਣਜੀ ਟਰੋਫੀ। ਰਣਜੀ ਟਰੋਫੀ ਜੋ ਹੈ ਉਹ ਕ੍ਰਿਕਟ ਦੀ ਇੱਕ ਟਰੋਫੀ ਹੈਗੀ ਹੈ। ਐਂਡ ਇਸ ਵਾਰ ਜੰਮੂ ਕਸ਼ਮੀਰ ਨੇ ਹਿਸਟਰੀ ਬਣਾਈ ਹੈ। ਉਹਨਾਂ ਦੀ ਮੈਡਨ ਇਹ ਟਰੋਫੀ ਸੀਗੀ, ਮਤਲਬ ਕਿ ਪਹਿਲੀ ਵਾਰ ਉਹ ਟਰੋਫੀ ਜਿੱਤੇ ਨੇ। ਕਿਹਨੂੰ ਹਰਾਇਆ ਗਾ? ਕਰਨਾਟਕਾ ਨੂੰ ਹਰਾ ਕੇ। ਐਂਡ ਇਹ 67 ਈਅਰਸ ਬਾਅਦ ਜੋ ਹੈ ਇੱਦਾਂ ਹੋ ਰਿਹਾ ਗਾ। ਬਾਕੀ ਆਪਾਂ ਟਰੋਫੀਜ਼ ਵੇਖ ਲੈਂਦੇ ਹਾਂ, ਕੱਪ ਦੇਖ ਲੈਂਦੇ ਹਾਂ ਜੋ ਕਿ ਕ੍ਰਿਕਟ ਤੋਂ ਰਿਲੇਟਡ ਹੈਗੇ। ਡਾਇਰੈਕਟ ਕੁਐਸਚਨ ਕਈ ਵਾਰ ਆ ਜਾਂਦੇ ਆ। ਸੋ ਦਿਲੀਪ ਟਰੋਫੀ, ਵਿਜੇ ਹਜ਼ਾਰੇ ਟਰੋਫੀ, ਦਿਓਧਾ ਟਰੋਫੀ ਐਂਡ ਇਰਾਨੀ ਕੱਪ ਜੋ ਹੈ ਇਹ ਸਾਰੇ ਕ੍ਰਿਕਟ ਤੋਂ ਰਿਲੇਟਡ ਹੈਗੇ ਆ। ਕਮੈਂਟ ਸੈਕਸ਼ਨ ਦੇ ਵਿੱਚ ਮੈਨੂੰ ਦੱਸੋ ਕਿ ਸੰਤੋਸ਼ ਟਰੋਫੀ ਜੋ ਹੈ ਉਹ ਕਿਹੜੀ ਫੀਲਡ ਤੋਂ ਰਿਲੇਟਡ ਹੈਗੀ ਆ। ਨੈਕਸਟ ਇਜ਼ ਹੁਣੇ ਆਪਾਂ ਕੀਤਾ ਸੀਗਾ ਜੋ US ਐਂਡ ਇਜ਼ਰਾਈਲ ਨੇ ਸਟ੍ਰਾਈਕ ਕੀਤੀ ਆ ਈਰਾਨ 'ਤੇ। ਇਸੇ ਟਾਈਮ 'ਤੇ ਆਪਣੀ ਜੋ ਨੇਬਰਿੰਗ ਕੰਟਰੀਜ਼ ਹੈ ਅਫਗਾਨਿਸਤਾਨ ਐਂਡ ਪਾਕਿਸਤਾਨ, ਉੱਥੇ ਵੀ ਜੋ ਹੈ
ਸਟ੍ਰਾਈਕਸ ਚੱਲ ਰਹੀਆਂ ਨੇ, ਉਹਨਾਂ ਦੇ ਵਿੱਚ ਵੀ ਬਾਰਡਰ ਡਿਸਪਿਊਟ ਹੈਗਾ, ਤੁਸੀਂ ਵੇਖ ਸਕਦੇ ਹੋ। ਸੋ ਇਹ ਆਪਣਾ ਪਾਕਿਸਤਾਨ ਹੈ, ਇਹ ਆਪਣਾ ਅਫਗਾਨਿਸਤਾਨ ਹੈ। ਇਹਦੇ ਵਿੱਚ ਜੋ ਹੈ ਇਹ ਜੋ ਲਾਈਨ ਹੈ ਇਹਨੂੰ ਆਪਾਂ ਦੁਰੰਦ ਲਾਈਨ ਕਹਿ ਦਿੰਦੇ, ਜੋ ਕਿ 1893 ਦੇ ਵਿੱਚ ਬਣਾਈ ਗਈ ਸੀਗੀ। ਹੁਣ ਅਫਗਾਨਿਸਤਾਨ ਜੋ ਹੈਗਾ, ਅਫਗਾਨਿਸਤਾਨ ਇਸ ਲਾਈਨ ਨੂੰ ਇੰਟਰਨੈਸ਼ਨਲ ਬਾਰਡਰ ਨਹੀਂ ਮੰਨਦਾ ਗਾ। ਅਫਗਾਨਿਸਤਾਨ ਦਾ ਕੀ ਕਹਿਣਾ ਹੈ ਵੀ ਇੱਥੇ ਵੀ ਪਸ਼ਤੂਨਸ ਰਹਿੰਦੇ ਆ, ਇੱਥੇ ਵੀ ਪਸ਼ਤੂਨਸ ਰਹਿੰਦੇ ਆ। ਸੋ ਇਹ ਜੋ ਪਸ਼ਤੂਨ ਹੈਗੇ ਆ ਉਹ ਸਾਡੇ ਤੋਂ ਬਿਲੋਂਗ ਕਰਦੇ। ਸੋ ਇਹ ਵਾਲਾ ਜੋ ਏਰੀਆ, ਇੰਨਾ ਏਰੀਆ ਇਹ ਅਫਗਾਨਿਸਤਾਨ ਦਾ ਹੋਣਾ ਚਾਹੀਦਾ ਸੀਗਾ। ਸੋ ਇਸ ਕਰਕੇ ਜੋ ਕਾਫੀ ਟਸਲ ਇਹਨਾਂ ਦੇ ਵਿੱਚ ਹੁੰਦੀ ਰਹਿੰਦੀ ਹੈ। ਐਂਡ ਇੱਕ ਟੈਰਰਿਸਟ ਔਰਗੇਨਾਈਜੇਸ਼ਨ ਹੈਗੀ ਹੈ ਤਹਿਰੀਕ ਤਾਲਿਬਾਨ ਪਾਕਿਸਤਾਨ, ਉਹ ਤਾਲਿਬਾਨ ਜੋ ਹੈ ਜਗ੍ਹਾ ਦਿੰਦਾ ਉਸ ਟੈਰਰਿਸਟ ਔਰਗੇਨਾਈਜੇਸ਼ਨ ਨੂੰ, ਜੋ ਕਿ ਕੌਨਸਟੈਂਟਲੀ ਜੋ ਹੈ ਉੱਥੇ ਟੈਰਰ ਅਟੈਕ ਕਰਦੇ ਰਹਿੰਦੀ ਹੈ ਪਾਕਿਸਤਾਨ 'ਤੇ। ਸੋ ਪਾਕਿਸਤਾਨ ਨੇ ਜੋ ਇੱਕ ਆਪਰੇਸ਼ਨ ਲਾਂਚ ਕੀਤਾ ਹੈ, ਆਪਰੇਸ਼ਨ ਦਾ ਨਾਮ ਹੈਗਾ ਗਜ਼ਬ ਲਿਲ ਹਕ, ਠੀਕ ਹੈ ਜੀ। ਐਂਡ ਆਪਰੇਸ਼ਨ ਲਾਂਚ ਕੀਤਾ, ਇਹਦੇ ਵਿੱਚ ਜੋ ਕਾਫੀ ਕਲੈਸ਼ਿਸ ਜੋ ਹੈ ਵੇਖਣ ਨੂੰ ਮਿਲੇ ਨੇ ਅਫਗਾਨਿਸਤਾਨ ਦੇ ਵਿੱਚ। ਸੋ ਆਪਰੇਸ਼ਨ ਦਾ ਨਾਮ ਤੁਸੀਂ ਯਾਦ ਰੱਖਣਾ ਗਾ। ਨੈਕਸਟ ਨਿਊਜ਼ ਇਜ਼ ਪ੍ਰੈਜ਼ੀਡੈਂਟ द्रौपदी मुर्मू ਫਲਾਈਜ਼ LCH यानी कि लाइट कॉम्बैट ਹੈਲੀਕਾਪਟਰ ਦਾ ਨਾਮ ਹੈਗਾ ਪ੍ਰਚੰਡ, ਠੀਕ ਹੈ, ਇਹ ਯਾਦ ਰੱਖਣਾ ਗਾ। ਐਂਡ ਪ੍ਰਚੰਡ ਬਾਰੇ ਆਪਾਂ ਦੇਖ ਲੈਂਦੇ ਹਾਂ। ਪ੍ਰਚੰਡ ਜੋ ਹੈ ਇੰਡੀਆ ਦਾ ਫਸਟ ਇੰਡੀਜੀਨਸਲੀ ਡਿਜ਼ਾਈਨਡ ਐਂਡ ਡਿਵੈਲਪਡ ਹੈਲੀਕਾਪਟਰ ਹੈਗਾ, ਠੀਕ ਹੈ ਜੀ, ਜਿਹਨੂੰ ਬਣਾਇਆ ਗਿਆ ਸੀਗਾ ਸਪੈਸੀਫਿਕਲੀ ਹਾਈ ਐਲਟੀਟਿਊਡ ਏਰੀਆ ਦੇ ਵਿੱਚ ਆਪਰੇਸ਼ਨਸ ਲਈ, ਠੀਕ ਹੈ ਜੀ। ਐਂਡ ਇਟ ਇਜ਼ ਅ ਮਲਟੀ ਰੋਲ ਲਾਈਟ ਅਟੈਕ ਹੈਲੀਕਾਪਟਰ, ਜੋ ਕਿ ਏਅਰ ਟੂ ਏਅਰ ਐਂਡ ਏਅਰ ਟੂ ਗਰਾਊਂਡ ਵੀ ਜੋ ਹੈ ਅਟੈਕ ਕਰ ਸਕਦਾ ਗਾ। ਉਸ ਤੋਂ ਬਾਅਦ ਇਹਨੂੰ ਬਣਾਇਆ ਕਿੰਨੇ ਹੈ, ਹਿੰਦੁਸਤਾਨ ਐਰੋਨੌਟਿਕਸ ਲਿਮਿਟਿਡ ਨੇ ਇਹਨੂੰ ਬਣਾਇਆ ਗਾ ਅੰਡਰ ਦੀ ਲਾਈਟ ਕੰਬੈਟ, ਇੱਥੇ ਕੰਬੈਟ ਕਰ ਲਿਓ, ਹੈਲੀਕਾਪਟਰ ਪ੍ਰੋਗਰਾਮ, ਠੀਕ ਹੈ ਜੀ। ਸੋ ਪ੍ਰਚੰਡ ਬਾਰੇ ਤੁਹਾਨੂੰ ਇੱਕ ਥੋੜ੍ਹੀ ਜਿਹੀ ਇਨਫੋਰਮੇਸ਼ਨ ਹੋਣੀ ਚਾਹੀਦੀ ਹੈ ਕਿ ਇੰਡੀਆ ਦਾ ਜੋ ਫਸਟ ਖੁਦ ਦਾ ਬਣਾਇਆ ਹੋਇਆ, ਡਿਜ਼ਾਈਨ ਕੀਤਾ ਹੋਇਆ, ਡਿਵੈਲਪ ਕੀਤਾ ਹੋਇਆ ਹੈਲੀਕਾਪਟਰ ਹੈਗਾ, ਠੀਕ ਹੈ, ਜੋ ਏਅਰ ਟੂ ਏਅਰ ਐਂਡ ਏਅਰ ਟੂ ਗਰਾਊਂਡ ਜੋ ਹੈ ਅਟੈਕ ਕਰ ਸਕਦਾ ਹੈ। ਨੈਕਸਟ ਨਿਊਜ਼ ਇਜ਼ ओल्डेस्ट नोन रॉक आर्ट डिस्कवर्ड इन इंडोनेशिया। सो इंडोनेशिया ਦਾ ਸੁਲਾਵੇਸੀ ਆਈਲੈਂਡ ਤੇ ਜੋ ਹੈ ਇੱਕ ओल्डेस्ट नोन रॉक आर्ट जो है डिस्कवर ਕੀਤੀ ਗਈ ਹੈ। ਰੈੱਡ ਸਟੈਂਸਿਲਸ ਤੋਂ ਬਣਾਈ ਗਈ ਇਹ ਆਰਟ ਹੈਗੀ, ਕੁਛ ਇੱਦਾਂ ਦੀ ਦਿਸਦੀ ਹੈਗੀ ਆ, ਠੀਕ ਹੈ ਜੀ। ਜਸਟ ਤੁਸੀਂ ਇਹ ਯਾਦ ਰੱਖਣਾ ਗਾ ਕਿ ਲੋਕੇਸ਼ਨ ਕਿੱਥੇ ਪਾਈ ਗਈ ਹੈ। ਸੋ ਸੁਲਾਵੇਸੀ ਆਈਲੈਂਡ ਹੈਗਾ ਇੰਡੋਨੇਸ਼ੀਆ ਦਾ, ਉੱਥੇ ਇਹਨੂੰ ਡਿਸਕਵਰ ਕੀਤਾ ਗਿਆ। ਨੈਕਸਟ ਨਿਊਜ਼ ਇਜ਼ ਵਿਲੇजेस ਆਫ ਐਕਸਲੈਂਸ ਇਨੀਸ਼ੀਏਟਿਵ, ਇਹ ਲਾਂਚ ਹੋਇਆਗਾ। ਸੋ ਆਪਣੇ ਪ੍ਰਾਈਮ ਮਿਨਿਸਟਰ ਆਫ ਇੰਡੀਆ ਜੋ ਹੈ ਉਹ ਇਜ਼ਰਾਈਲ ਵਿਜ਼ਿਟ 'ਤੇ ਸੀਗੇ, ਠੀਕ ਹੈ ਜੀ। 23 ਡੇਜ਼ ਦੀ ਵਿਜ਼ਿਟ ਸੀਗੀ, 26 ਨੂੰ ਆਈ ਥਿੰਕ ਉਹ ਵਾਪਿਸ ਆਏ ਸੀਗੇ। ਸੋ ਇਸੇ ਦੌਰਾਨ ਜੋ ਹੈ ਵਿਲੇਜ ਆਫ ਐਕਸਲੈਂਸ ਇਨੀਸ਼ੀਏਟਿਵ ਲਾਂਚ ਕੀਤਾ ਸੀਗਾ। ਐਂਡ ਇਹਦੇ ਬਾਰੇ ਆਪਾਂ ਦੇਖ ਲੈਂਦੇ, ਇਟ ਇਜ਼ ਅ ਗ੍ਰਾਸਰੂਟ ਲੈਵਲ ਐਕਸਟੈਂਸ਼ਨ ਆਫ ਦੀ ਇੰਡੋ ਇਜ਼ਰਾਈਲ ਐਗਰੀਕਲਚਰ ਪ੍ਰੋਜੈਕਟ। ਸੋ ਪਹਿਲਾਂ ਵੀ ਜਿਵੇਂ ਕਿ ਆਪਣਾ ਸਪ੍ਰਿੰਕਲਰ ਸਿਸਟਮ ਤੁਸੀਂ ਸੁਣਿਆ ਹੋਊਗਾ, ਜਾਂ ਫਿਰ ਡ੍ਰਿਪ ਇਰੀਗੇਸ਼ਨ ਹੈਗੀ ਹੈ, ਇਹ ਟੈਕਨੋਲੋਜੀ ਆਪਾਂ ਇਜ਼ਰਾਈਲ ਤੋਂ ਲਈ ਹੈ। ਐਂਡ ਇੰਡੀਆ ਐਂਡ ਇਜ਼ਰਾਈਲ ਦਾ ਕਾਫੀ ਵਧੀਆ ਜੋ ਹੈ ਕੋਲੈਬੋਰੇਸ਼ਨ ਹੈਗੀ ਹੈ ਐਗਰੀਕਲਚਰ ਫੀਲਡ ਦੇ ਵਿੱਚ। ਸੋ ਉਸੇ ਨੂੰ ਐਕਸਟੈਂਡ ਕਰਨ ਲਈ ਜੋ ਹੈ ਵਿਲੇਜ ਆਫ ਐਕਸਲੈਂਸ ਇਨੀਸ਼ੀਏਟਿਵ ਲਿਆ ਰਿਹਾ ਇੰਡੀਆ ਐਂਡ ਇਜ਼ਰਾਈਲ ਮਿਲ ਕੇ, ਠੀਕ ਹੈ। ਐਂਡ ਇਹਦਾ ਪਰਪਸ ਕੀ ਹੋਊਗਾ ਕਿ ਆਪਣਾ ਜੋ ਐਗਰੀਕਲਚਰ ਸੈਕਟਰ ਹੈ ਇਹਨੂੰ ਮੋਡਰਨਾਈਜ਼ ਕਰਨਾ, ਟੈਕਨੋਲੋਜੀ ਦਾ ਯੂਜ਼ ਕਰਨਾ, ਠੀਕ ਹੈ ਜੀ। ਐਂਡ ਇਹਦੇ ਵਿੱਚ ਇਜ਼ਰਾਈਲ ਦੀ ਐਕਸਪਰਟੀਜ਼ ਨੂੰ ਆਪਾਂ ਲੈ ਕੇ ਆਉਣਾ ਲੋਕਲ ਲੈਵਲ ਤੱਕ, ਠੀਕ ਹੈ ਜੀ। ਸੋ ਯਾਦ ਰੱਖਿਓ ਕਿ ਵਿਲੇਜ ਆਫ ਐਕਸਲੈਂਸ ਇਨੀਸ਼ੀਏਟਿਵ ਕਿਹੜੀ ਦੋ ਕੰਟਰੀਜ਼ ਦੇ ਵਿੱਚ ਹੈਗਾ, ਇੰਡੀਆ ਦਾ ਇਜ਼ਰਾਈਲ ਦੇ ਵਿੱਚ ਹੈਗਾ, ਇੰਡੀਆ ਐਂਡ ਇਜ਼ਰਾਈਲ ਦੋਵਾਂ ਦੇ ਵਿੱਚ ਹੈਗਾ। ਨੈਕਸਟ ਇਜ਼ ਕਾਫੀ ਇੰਪੋਰਟੈਂਟ ਨਿਊਜ਼ ਆਪਣੇ ਲਈ ਹੈਗੀ ਆ, HPV ਵੈਕਸੀਨੇਸ਼ਨ ਪ੍ਰੋਗਰਾਮ ਲਾਂਚ ਕੀਤਾ ਗਿਆ। So Prime Minister Narendra Modi launched a nationwide campaign for human papilloma virus, full form हैगी HPV ਦੀ, ਠੀਕ ਹੈ ਜੀ, for girls age 14 years। ਕਿੱਥੋਂ ਲਾਂਚ ਕੀਤਾ, ਇੰਪੋਰਟੈਂਟ ਹੈ, ਅਜਮੇਰ ਰਾਜਸਥਾਨ ਤੇ ਲਾਂਚ ਕੀਤਾ ਗਿਆ। ਸੋ HPV ਬਾਰੇ ਆਪਾਂ ਦੇਖ ਲੈਂਦੇ ਹਾਂ। HPV ਕੀ ਹੈ ਕਿ ਕਾਮਨਲੀ ਸੈਕਸ਼ੂਅਲੀ ਟਰਾਂਸਮਿਟਡ ਇਨਫੈਕਸ਼ਨ ਹੁੰਦਾ ਹੈ। ਐਂਡ ਸਮ ਟਾਈਪਸ ਆਫ HPV ਇਨਫੈਕਸ਼ਨ ਕੋਜ਼ਿਸ ਸਕਿਨ ਗਰੋਥ, ਜਿਹਨੂੰ ਆਪਾਂ ਵਾਰਡਸ ਕਹਿ ਦਿੰਦੇ ਆ। ਐਂਡ ਕੁਛ HPV ਇਨਫੈਕਸ਼ਨ ਕਾਫੀ ਡੇਂਜਰਸ ਹੁੰਦੇ ਜੋ ਕਿ ਕੈਂਸਰ ਵੀ ਕ੍ਰੀਏਟ ਕਰ ਸਕਦੇ ਨੇ। ਸੋ ਇਹਦਾ ਕੋਈ ਇਲਾਜ ਨਹੀਂ ਹੈਗਾ, ਬਟ ਉਹਦੇ ਲਈ ਜੋ ਵੈਕਸੀਨੇਸ਼ਨ ਸਟਾਰਟ ਕੀਤੀ ਗਈ ਹੈ ਹੁਣ। ਐਂਡ ਇਹ ਜੋ ਇਨਫੈਕਸ਼ਨ ਹੈ ਉਹ ਸਕਿਨ ਟੂ ਸਕਿਨ ਕੰਟੈਕਟ ਤੋਂ ਵੀ ਫੈਲ ਸਕਦਾ ਗਾ, ਠੀਕ ਹੈ ਜੀ। ਸੋ ਯਾਦ ਰੱਖਿਓ HPV ਵੈਕਸੀਨ ਬਾਰੇ। ਨੈਕਸਟ ਇਜ਼ ਰਿਲੇਟਿਡ ਟੂ ਇੰਪੋਰਟੈਂਟ ਡੇ। ਸੋ 4 ਮਾਰਚ ਨੂੰ ਨੈਸ਼ਨਲ ਸੇਫਟੀ ਡੇ ਜੋ ਆਪਾਂ ਮਨਾਉਂਦੇ ਆ। ਐਂਡ 4 ਮਾਰਚ ਤੋਂ ਲੈ ਕੇ 10 ਮਾਰਚ ਤੱਕ 2025 ਨੂੰ ਨੈਸ਼ਨਲ ਸੇਫਟੀ ਵੀਕ ਵੀ ਸੈਲੀਬ੍ਰੇਟ ਕੀਤਾ ਸੀਗਾ। ਐਂਡ ਇਸ ਵਾਰ ਦੀ ਜੋ ਥੀਮ ਸੀ ਕਿ ਦੈਟ ਇਜ਼ ਐਂਗੇਜ, ਐਜੂਕੇਟ ਐਂਡ ਐਮਪਾਵਰ ਪੀਪਲ ਟੂ ਐਨਹਾਂਸ ਸੇਫਟੀ। फिफ्थ मार्च इंटरनेशनल डे फॉर डिसआर्मामेंट एंड नॉन प्रोलीफरेशन अवेयरनेस। सो 5 मार्च ਨੂੰ ਇੰਪੋਰਟੈਂਟ ਡੇ ਹੈਗਾ ਇੰਟਰਨੈਸ਼ਨਲ ਡੇ ਫॉर डिसआर्मामेंट, ਯਾਨੀ ਕਿ ਜੋ ਆਲਰੇਡੀ ਨਿਊਕਲੀਅਰ ਵੈਪਨ ਸਟੇਟਸ ਹੈਗੀਆਂ, ਜੋ ਦੇਸ਼ ਹੈਗੇ ਆ, ਉਹਨਾਂ ਨੂੰ ਡਿਸਆਰਮ ਕਰਨਾ, ਮਤਲਬ ਕਿ ਉਹਨਾਂ ਦੇ ਨਿਊਕਲੀਅਰ ਵੈਪਨਸ ਨੂੰ ਘਟਾਉਣਾ। ਐਂਡ ਆਉਣ ਵਾਲੀ ਜਿਹੜੀ ਕੰਟਰੀਜ਼ ਹੈ ਜੋ ਬਣਾਉਣਾ ਚਾਹੁੰਦੇ, ਜਿਵੇਂ ਈਰਾਨ ਦਾ ਆਪਾਂ ਐਗਜ਼ਾਮਪਲ ਵੇਖਿਆ ਸੀਗਾ,
ਉਹਨਾਂ ਨੂੰ ਨਿਊਕਲੀਅਰ ਵੈਪਨਸ ਬਣਾਉਣ ਤੋਂ ਰੋਕਣਾ, ਉਸ ਲਈ ਜੋ ਇਹ ਡੇ ਸੈਲੀਬ੍ਰੇਟ ਕੀਤਾ ਜਾਂਦਾ ਗਾ। ਠੀਕ ਹੈ ਜੀ। ਨੈਕਸਟ ਇਜ਼ ਅਤੁਕੁਲ ਪੋਂਗਲਾ ਫੈਸਟੀਵਲ ਸੈਲੀਬ੍ਰੇਟ ਕੀਤਾ ਗਿਆ ਕੇਰਲ ਦੇ ਵਿੱਚ। ਸੋ ਸਟੇਟ ਸਪੈਸੀਫਿਕ ਨਿਊਜ਼ ਆ, ਯਾਦ ਰੱਖਿਓ। ਨੈਕਸਟ ਬੁੱਕ ਦੇ ਰਿਲੇਟਿਡ ਨਿਊਜ਼ ਹੈਗੀ ਆ। ਬੁੱਕ ਦਾ ਨੇਮ ਹੈਗਾ ਮਹਾਤਮਾ ਅ ਗ੍ਰੇਟ ਕਮਿਊਨੀਕੇਟਰ। ਇਹ ਬੁੱਕ ਰਿਲੀਜ਼ ਕੀਤੀ ਆਪਣੇ ਯੂਨੀਅਨ ਮਿਨਿਸਟਰ ਆਫ ਲੇਬਰ ਐਂਡ ਇੰਪਲੋਇਮੈਂਟ, ਯੂਥ ਅਫੇਅਰਸ ਐਂਡ ਸਪੋਰਟਸ ਡਾਕਟਰ ਮਨਸੁਖ ਮਾਂਡਵੀਆ ਨੇ। ਐਂਡ ਇਸ ਬੁੱਕ ਨੂੰ ਲਿਖਿਆ ਗਾ ਆਕਾਸ਼ਵਾਣੀ ਦੇ ਜੋ ਐਡੀਸ਼ਨਲ ਡਾਇਰੈਕਟਰ ਜਨਰਲ ਨੇ ਡਾਕਟਰ ਧੀਰਜ ਕਕਾਦੀਆ, ਉਹਨਾਂ ਨੇ ਇਸ ਬੁੱਕ ਨੂੰ ਲਿਖਿਆ ਗਾ। ਠੀਕ ਹੈ ਜੀ, ਇੰਪੋਰਟੈਂਟ ਬੁੱਕ ਹੈ, ਯਾਦ ਰੱਖਿਓ। ਨੈਕਸਟ ਨਿਊਜ਼ ਇਜ਼ ਸੋ ਮਹਾਰਾਸ਼ਟਰ ਦੇ ਵਿੱਚ ਬੋਈਸਰ ਇਲਾਕਾ ਹੈਗਾ, ਉੱਥੇ ਓਲੀਅਮ ਗੈਸ ਲੀਕ ਹੋਈ ਹੈ, ਜਿਹਦੇ ਕਰਕੇ ਨੀਅਰ ਅਬਾਊਟ 20,000 ਪੀਪਲ ਨੂੰ ਉੱਥੋਂ ਇਵੈਕੂਏਟ ਕੀਤਾ ਗਿਆ। ਸੋ ਓਲੀਅਮ ਗੈਸ ਬਾਰੇ ਆਪਾਂ ਪੜ੍ਹ ਲੈਂਦੇ ਹਾਂ। ਓਲੀਅਮ ਗੈਸ ਦਾ ਸੈਕਿੰਡ ਨੇਮ ਹੈਗਾ ਫਿਊਮਿਕ ਸਲਫਿਊਰਿਕ ਐਸਿਡ ਐਂਡ ਇਹ ਹਾਈਲੀ ਕੋਰੋਸਿਵ ਕੈਮੀਕਲ ਗੈਸ ਹੁੰਦੀ ਹੈ, ਜਿਹਦੇ ਵਿੱਚ ਸਲਫਰ ਟਰਾਈਆਕਸਾਈਡ ਐਂਡ ਕੰਸਨਟ੍ਰੇਟਿਡ ਸਲਫਿਊਰਿਕ ਐਸਿਡ ਪਾਇਆ ਜਾਂਦਾ। ਸੋ ਦੋ ਚੀਜ਼ਾਂ ਤੋਂ ਮਿਲ ਕੇ ਬਣਦੀ ਹੈ, ਇੱਕ ਸਲਫਰ ਟਰਾਈਆਕਸਾਈਡ ਹੁੰਦਾ ਗਾ, ਇੱਕ ਇਹਦੇ ਵਿੱਚ ਸਲਫਿਊਰਿਕ ਐਸਿਡ ਜੋ ਕਿ ਕੰਸਨਟ੍ਰੇਟਿਡ ਫਾਰਮ ਦੇ ਵਿੱਚ ਆਪਣੇ ਕੋਲ ਹੁੰਦਾ ਗਾ। ਐਂਡ ਇਟ ਰਿਲੀਜ਼ ਟੂ ਵਾਈਟ ਫਿਊਮਸ ਵੈਨ ਐਕਸਪੋਜ਼ ਟੂ ਮੋਇਸਟ ਏਅਰ। ਠੀਕ ਹੈ ਜੀ, ਜਦੋਂ ਵੀ ਮੋਇਸਟ ਏਅਰ ਦੇ ਕੰਟੈਕਟ ਦੇ ਵਿੱਚ ਓਲੀਅਮ ਗੈਸ ਆਉਂਦੀ ਹੈ, ਉਸ ਟਾਈਮ 'ਤੇ ਵਾਈਟ ਫਿਊਮਸ ਯਾਨੀ ਕਿ ਵਾਈਟ ਧੂੰਆਂ ਨਿਕਲਦਾ ਗਾ। ਐਂਡ ਇਹਦਾ ਕੈਮੀਕਲ ਫਾਰਮੂਲਾ ਹੈਗਾ H2SO4.XSO3। ਠੀਕ ਹੈ ਜੀ। ਸੋ ਇਹਦਾ ਸੈਕਿੰਡ ਨੇਮ ਜ਼ਰੂਰ ਤੁਸੀਂ ਯਾਦ ਰੱਖਣਾ ਗਾ। ਨੈਕਸਟ ਨਿਊਜ਼ ਇਜ਼ ਰਿਲੇਟਿਡ ਟੂ ਟਰਾਈਬ ਐਮੋਂਡਾਵਾ ਟਰਾਈਬ ਇਨ ਬ੍ਰਾਜ਼ਿਲਸ ਐਮਾਜ਼ੋਨ ਫੋਰੈਸਟ। ਸੋ ਬ੍ਰਾਜ਼ਿਲ ਦੇ ਵਿੱਚ ਜੋ ਐਮਾਜ਼ੋਨ ਫੋਰੈਸਟ ਹੈਗੇ ਨੇ, ਉਹਦੇ ਵਿੱਚ ਇੱਕ ਟਰਾਈਬ ਰਹਿੰਦੀ ਹੈ ਐਮੋਂਡਾਵਾ ਟਰਾਈਬ, ਨਾਮ ਯਾਦ ਰੱਖਿਓ। ਇਹ ਜੋ ਟਰਾਈਬ ਹੈ ਦੇ ਆਰ ਲਿਵਿੰਗ ਵਿਦਾਊਟ ਦੀ ਕੰਸੈਪਟ ਆਫ ਟਾਈਮ, ਯਾਨੀ ਕਿ ਇਹਨਾਂ ਦਾ ਕੋਈ ਕੈਲੰਡਰ, ਕਿਸੇ ਕੈਲੰਡਰ ਨੂੰ ਫੋਲੋ ਨਹੀਂ ਕਰਦੇ, ਇਹਨਾਂ ਨੂੰ ਡੇ ਨਾਈਟ ਦਾ ਨਹੀਂ ਪਤਾ। ਜਸਟ ਜੋ ਨੈਚੁਰਲ ਜਿਵੇਂ ਸਨਰਾਈਜ਼ ਹੁੰਦਾ, ਸਨਸੈਟ ਹੁੰਦਾ, ਉਸ ਤੋਂ ਜੋ ਡੇ ਨੂੰ ਕਾਊਂਟ ਕਰ ਰਹੇ ਨੇ। ਐਂਡ ਕੋਈ ਬਰਥਡੇ ਸੈਲੀਬ੍ਰੇਟ ਨਹੀਂ ਕਰਦੇ, ਇਹਨਾਂ ਨੂੰ ਪਤਾ ਨਹੀਂ ਕਿੰਨੇ ਸਾਲ ਦੇ ਹੋ ਗਏ ਨੇ। ਸੋ ਉਹ ਜੋ ਕੰਸੈਪਟ ਆਫ ਟਾਈਮ ਹੈ, ਇਹਦੇ ਬਿਨਾਂ ਇਹ ਟਰਾਈਬ ਜੋ ਉੱਥੇ ਐਮਾਜ਼ੋਨ ਫੋਰੈਸਟ ਦੇ ਵਿੱਚ ਜੀ ਰਹੀ ਹੈ। ਠੀਕ ਹੈ ਜੀ। ਨੈਕਸਟ ਨਿਊਜ਼ ਇਜ਼ ਰਿਲੇਟਿਡ ਟੂ ਵਾਈਲਡ ਲਾਈਫ ਸੈਂਚੁਰੀ। ਸੋ ਦੇਬਰੀਗੜ੍ਹ ਵਾਈਲਡ ਲਾਈਫ ਸੈਂਚੁਰੀ ਨਿਊਜ਼ ਦੇ ਵਿੱਚ ਸੀਗੀ, ਇਹ ਉੜੀਸਾ ਦੇ ਵਿੱਚ ਹੈਗੀ ਹੈ, ਲੋਕੇਸ਼ਨ ਯਾਦ ਰੱਖਿਓ। ਕਾਰਬੀ ਐਂਗਲੋਂਗ ਜਿੰਜਰ, ਇਹ ਰੀਸੈਂਟਲੀ ਨਿਊਜ਼ ਦੇ ਵਿੱਚ ਸੀਗਾ ਕਿਉਂਕਿ ਇਹਦੀ ਕਾਫੀ ਵੱਡੀ ਕੰਸਾਈਨਮੈਂਟ ਜੋ ਹੈ ਉਹ ਲੰਡਨ ਜਾ ਰਹੀ ਹੈ। ਐਂਡ ਡਾਇਰੈਕਟ ਕੁਐਸਚਨ ਇੱਦਾਂ ਆ ਸਕਦਾ ਕਿ ਜੋ ਕਾਰਬੀ ਐਂਗਲੋਂਗ ਜਿੰਜਰ ਹੈ ਉਹ ਕਿੱਥੋਂ ਦਾ GI ਟੈਗ ਇਹਨੂੰ ਮਿਲਿਆ ਹੋਇਆ। ਸੋ ਇਹ ਅਸਾਮ ਦਾ ਜਿੰਜਰ ਹੈਗਾ ਜੋ ਅਦਰਕ ਹੁੰਦਾ। ਐਂਡ ਇਹਦੀ ਮੈਡੀਸਨਲ ਪ੍ਰੋਪਰਟੀਜ਼ ਬਹੁਤ ਹੈ। ਠੀਕ ਹੈ, ਇਸ ਕਰਕੇ ਇਹਨੂੰ GI ਟੈਗ ਦਿੱਤਾ ਗਿਆ ਸੀਗਾ। ਨੈਕਸਟ ਕਾਫੀ ਇੰਪੋਰਟੈਂਟ ਨਿਊਜ਼ ਆਪਣੇ ਲਈ। ਸੋ 11th ਐਡੀਸ਼ਨ ਆਫ ਰਾਇਸੀਨਾ ਡਾਇਲੋਗ ਇਜ਼ ਗੋਇੰਗ ਔਨ ਇਨ ਨਿਊ ਦਿੱਲੀ। ਸੋ ਨਿਊ ਦਿੱਲੀ ਦੇ ਵਿੱਚ ਜੋ ਹੈ ਰਾਇਸੀਨਾ ਡਾਇਲੋਗ ਦਾ 11th ਐਡੀਸ਼ਨ ਚੱਲ ਰਿਹਾ ਗਾ। ਐਂਡ ਇਹਨੂੰ ਔਰਗੇਨਾਈਜ਼ ਕਿਹਨੇ ਕੀਤਾ ਗਾ? ਓਬਜ਼ਰਵਰ ਰਿਸਰਚ ਫਾਊਂਡੇਸ਼ਨ ਨੇ ਇਨ ਪਾਰਟਨਰਸ਼ਿਪ ਵਿਦ ਮਿਨਿਸਟਰੀ ਆਫ ਐਕਸਟਰਨਲ ਅਫੇਅਰਸ। ਉਸ ਤੋਂ ਬਾਅਦ ਇਸ ਵਾਰ ਦੇ ਜੋ ਆਪਣੇ ਚੀਫ ਗੈਸਟ ਨੇ ਉਹ ਹੈਗੇ ਫਿਨਲੈਂਡ ਦੇ ਪ੍ਰੈਜ਼ੀਡੈਂਟ ਅਲੈਗਜ਼ੈਂਡਰ ਸਟੱਬ, ਇੰਪੋਰਟੈਂਟ ਹੈ। ਐਂਡ ਇਸ ਵਾਰ ਦੀ ਜੋ ਥੀਮ ਹੈਗੀ ਆ ਉਹ ਹੈਗੀ ਸੰਸਕਾਰ, ਅਸਰਸ਼ਨ, ਐਕੋਮੋਡੇਸ਼ਨ ਐਂਡ ਐਡਵਾਂਸਮੈਂਟ। ਸੋ ਥੀਮ ਵੀ ਇੰਪੋਰਟੈਂਟ ਹੈ, ਇਹ ਵੀ ਤੁਸੀਂ ਯਾਦ ਰੱਖਣੀ ਹੈ। ਨੈਕਸਟ ਐਂਡ ਲਾਸਟ ਨਿਊਜ਼ ਹੈਗੀ ਆਪਣੀ ਅੱਜ ਦੀ। ਤਮਿਲਨਾਡੂ ਲਾਂਚਸ ਫਸਟ ਡਾਰਕ ਸਕਾਈ ਪਾਰਕ ਇਨ ਕੋਲੀ ਹਿਲਸ। ਠੀਕ ਹੈ ਜੀ, ਕੋਲੀ ਹਿਲਸ ਤਮਿਲਨਾਡੂ ਦੇ ਵਿੱਚ ਇੱਕ ਜਗ੍ਹਾ ਹੈਗੀ ਆ, ਉਹਨੂੰ ਤਮਿਲਨਾਡੂ ਦਾ ਫਸਟ ਡਾਰਕ ਸਕਾਈ ਪਾਰਕ ਜੋ ਬਣਾਇਆ ਗਿਆ ਟੂ ਬੂਸਟ ਐਸਟਰੋ ਟੂਰਿਜ਼ਮ। ਠੀਕ ਹੈ ਜੀ, ਬੇਸਿਕਲੀ ਇਹਦਾ ਪਰਪਸ ਕੀ ਹੈਗਾ ਕਿ ਉਸ ਪਲੇਸ 'ਤੇ ਕੋਈ ਵੀ ਏਅਰ ਪੋਲਿਊਸ਼ਨ ਨਹੀਂ ਹੋਊਗਾ, ਜਿਹਦੇ ਕਰਕੇ ਜੋ ਸਟਾਰਸ ਹੈ, ਗਲੈਕਸੀਜ਼ ਹੈ, ਉਹ ਵਿਜ਼ੀਬਲ ਹੋਊਗੀ, ਕਲੀਅਰਲੀ ਵਿਜ਼ੀਬਲ ਹੋਊਗੀ। ਐਂਡ ਇਸ ਓਬਜੈਕਟਿਵ ਨਾਲ ਜੋ ਹੈ ਕਿ ਉੱਥੇ ਟੂਰਿਜ਼ਮ ਆਊਗਾ। ਜਿਵੇਂ ਆਪਾਂ ਲੱਦਾਖ ਜਾਂਦੇ ਹਾਂ, ਕੋਈ ਜੇ ਤੁਸੀਂ ਗਏ ਹੋ ਜਾਂ ਫਿਰ ਕੋਈ ਤੁਹਾਡਾ ਨੋਨ ਗਿਆ ਤਾਂ ਉੱਥੇ ਇੱਕ ਐਸਟਰੋਨੋਮੀਕਲ ਸਾਈਟ ਆ, ਉੱਥੇ ਜ਼ਰੂਰ ਜਾਂਦਾ ਬਿਕੋਜ਼ ਉੱਥੋਂ ਜੋ ਸਕਾਈ ਦਿਖਦਾ ਹੈਗਾ ਬਿਲਕੁਲ ਕਲੀਅਰ ਦਿਖਦਾ, ਗਲੈਕਸੀਜ਼ ਕਲੀਅਰ ਦਿਖਦੀਆਂ। ਸੋ ਉਸੇ ਪਰਪਸ ਨਾਲ ਜੋ ਹੈ ਤਮਿਲਨਾਡੂ ਨੇ ਵੀ ਆਪਣਾ ਫਸਟ ਡਾਰਕ ਸਕਾਈ ਪਾਰਕ ਜੋ ਹੈ ਕੋਲੀ ਹਿਲਸ ਦੇ ਵਿੱਚ ਬਣਾਇਆ ਗਾ। ਠੀਕ ਹੈ ਜੀ। ਸੋ ਇਹ ਆਪਣੀ ਅੱਜ ਦੀਆਂ ਨਿਊਜ਼ ਸੀਗੀਆਂ। ਉਸ ਤੋਂ ਬਾਅਦ ਜੇ ਤੁਸੀਂ ਕੋਰਸ ਅਵੇਲ ਕਰਨਾ ਚਾਹੁੰਦੇ ਹੋ ਤਾਂ 8 ਮਾਰਚ ਤੱਕ ਡਿਸਕਾਊਂਟ ਹੈਗਾ। ਕੂਪਨ ਕੋਡ ਆਪਣਾ ਹੋਲੀ 50 ਹੈ, ਉਹਨੂੰ ਐਕਸਟੈਂਡ ਕੀਤਾ ਹੋਇਆ। ਸੋ 2500 ਦੇ ਵਿੱਚ ਤੁਹਾਨੂੰ ਕੰਪਲੀਟ ਕੋਰਸ ਮਿਲ ਜੂਗਾ। ਆਪਣੀ ਵੈਬਸਾਈਟ ਹੈਗੀ www.sangarsh.com, ਇਸ ਜਾ ਕੇ ਆਪਣੇ ਆਪ ਨੂੰ ਰਜਿਸਟਰ ਕਰ ਲਿਓ। ਐਂਡ ਕੋਰਸ ਲੈਣ ਲਈ ਜਾਂ ਫਿਰ ਕੋਈ ਵੀ ਇਨਫੋਰਮੇਸ਼ਨ ਲੈਣ ਲਈ 9988510006 ਇਸ ਨੰਬਰ 'ਤੇ ਤੁਸੀਂ ਕਾਲ ਕਰਕੇ ਆਪਣੀ ਕੁਐਰੀ ਸੋਲਵ ਕਰ ਸਕਦੇ ਹੋ। ਇਹ PDF ਜੇ ਤੁਸੀਂ ਲੈਣਾ ਹੈਗਾ ਤਾਂ ਆਪਣਾ ਟੈਲੀਗ੍ਰਾਮ ਚੈਨਲ ਹੈਗਾ ਸੰਘਰਸ਼ ਅਕੈਡਮੀ PDFs ਐਂਡ ਜੋਬ ਅਪਡੇਟਸ ਦੇ ਨਾਮ ਤੋਂ। ਸੋ ਉੱਥੇ ਜਾ ਕੇ ਤੁਸੀਂ ਇਹਦਾ PDF ਲੈ ਸਕਦੇ ਹੋ। ਸੋ ਅੱਜ ਦੀ ਕਲਾਸ ਵਿੱਚ ਆਪਣੇ ਕੋਲ ਇੰਨਾ ਹੀ ਸੀਗਾ ਕਿਉਂਕਿ ਜੋ ਮੇਜਰ ਨਿਊਜ਼ ਹੁੰਦੀ ਆ ਉਹ ਵੋਰ ਰਿਲੇਟਿਡ ਨਿਊਜ਼ ਹੀ ਹੁੰਦੀ ਹੈ, ਜੋ ਆਪਣੇ ਲਈ ਜ਼ਿਆਦਾ ਇੰਪੋਰਟੈਂਟ ਨਹੀਂ ਹੈਗੀ ਆ ਐਗਜ਼ਾਮ ਪੁਆਇੰਟ ਆਫ ਵਿਊ ਤੋਂ। ਸੋ ਇਹ ਆਪਣਾ 1 to 5th ਮਾਰਚ ਦਾ ਕਰੰਟ ਅਫੇਅਰ ਸੀਗਾ। ਥੈਂਕ ਯੂ ਸੋ ਮਚ ਫॉर ਵਾਚਿੰਗ।